ਸੰਧੂ ਸਾਹਿਬ, ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਚੱਲ ਰਿਹਾ ਜੀ ਤੇ ਉਹਦੇ ਵਿੱਚ ਅਗਨੀਪਥ ਸਕੀਮ ਵਿਰੁੱਧ ਮਤਾ ਪਾਸ ਕੀਤਾ ਗਿਆ ਤੇ ਹੋਰ ਵੀ ਕਈ ਵਿਸ਼ਿਆਂ ਨੂੰ ਲੈ ਕੇ ਬੜੀ ਗਰਮਾ-ਗਰਮੀ ਹੋਈ ਹੈ। ਪੰਜਾਬ ਵਿਧਾਨ ਸਭਾ ਦਾ ਸੈਸ਼ਨ 24 ਤਰੀਕ ਨੂੰ ਸ਼ੁਰੂ ਹੋਇਆ ਸੀ। ਵੈਸੇ ਕੱਲ੍ਹ ਰਸਮੀ ਤੌਰ 'ਤੇ ਜਿਹੜਾ ਸੈਸ਼ਨ ਹੈ ਉਹ ਸਮਾਪਤ ਹੋ ਗਿਆ। ਅਣਮਿੱਥੇ ਸਮੇਂ ਲਈ ਵਿਧਾਨ ਸਭਾ ਉਠਾ ਦਿੱਤੀ ਗਈ ਹੈ ਜੀ। ਪਰ ਇਹਨਾਂ 6-7 ਦਿਨਾਂ ਦੇ ਵਿੱਚ ਬੜੀਆਂ ਜ਼ਿਆਦਾ ਸਰਗਰਮੀਆਂ ਰਹੀਆਂ ਨੇ। ਬਹੁਤ ਸਾਰੇ ਮਤੇ ਪਾਸ ਕੀਤੇ ਗਏ ਨੇ, ਬਹੁਤ ਸਾਰੇ ਬਿੱਲ ਵੀ ਪਾਸ ਕੀਤੇ ਗਏ ਨੇ, ਬਜਟ ਵੀ ਪਾਸ ਕੀਤਾ ਗਿਆ। ਬਹੁਤ ਸਾਰੀ ਜਿਹੜੀ ਬਹਿਸ ਆ ਵੱਖ-ਵੱਖ ਵਿਸ਼ਿਆਂ ਦੇ ਉੱਤੇ ਸਰਕਾਰ ਅਤੇ ਵਿਰੋਧੀ ਧਿਰ ਦੇ ਵਿੱਚ ਕਈ ਵਾਰ ਤਣਾਅ ਵੀ ਪੈਦਾ ਹੋਇਆ। ਇਸ ਦੌਰਾਨ ਵਿਰੋਧੀ ਧਿਰ ਨੇ ਇੱਕ ਗੱਲ ਉਠਾਈ ਸੀ। ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਅਗਨੀਪਥ ਸਕੀਮ ਕੇਂਦਰ ਸਰਕਾਰ ਵੱਲੋਂ ਲਿਆਂਦੀ ਹੈ ਇਹ ਦੇਸ਼ ਦੇ ਨੌਜਵਾਨਾਂ ਦੇ ਹਿੱਤ ਵਿੱਚ ਨਹੀਂ ਹੈ, ਦੇਸ਼ ਭਗਤੀ ਦੇ ਹਿੱਤ ਵਿੱਚ ਨਹੀਂ ਹੈ, ਦੇਸ਼ ਦੀ ਸੁਰੱਖਿਆ ਦੇ ਵੀ ਹਿੱਤ ਵਿੱਚ ਨਹੀਂ ਹੈ। ਇਸ ਕਰਕੇ ਇਸ ਦਾ ਸਾਨੂੰ ਵਿਰੋਧ ਕਰਨਾ ਚਾਹੀਦਾ ਹੈ। ਇਸ ਸਕੀਮ ਦਾ, ਇਸ ਯੋਜਨਾ ਦਾ ਬਾਈਕਾਟ ਕਰਨਾ ਚਾਹੀਦਾ ਹੈ। ਉਸ ਵੇਲੇ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ, ਉਹਨਾਂ ਨੇ ਜਵਾਬ ਦਿੱਤਾ ਸੀ ਕਿ ਅਸੀਂ ਇਹਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਨਿੰਦਾ ਪ੍ਰਸਤਾਵ ਲਿਆਵਾਂਗੇ। ਅਤੇ ਉਹ ਹੁਣ ਆਖਰੀ ਦਿਨ ਵਿਧਾਨ ਸਭਾ ਦਾ ਇਜਲਾਸ ਜਦੋਂ ਖਤਮ ਹੋਣ ਵਾਲਾ ਸੀ, ਉਸ ਮੌਕੇ ਦੇ ਉੱਤੇ ਇਹਦੇ ਖਿਲਾਫ ਨਿੰਦਾ ਪ੍ਰਸਤਾਵ ਲਿਆਂਦਾ ਗਿਆ ਅਤੇ ਨਿੰਦਾ ਪ੍ਰਸਤਾਵ ਜਿਹੜਾ ਸੀ ਉਹ ਪਾਸ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਤਾਂ ਉਹਦੀ ਹਮਾਇਤ ਕਰਨੀ ਸੀ ਨਿੰਦਾ ਪ੍ਰਸਤਾਵ ਪਾਸ ਕਰਨ ਦੀ। ਇਸ ਤੋਂ ਇਲਾਵਾ ਕਾਂਗਰਸ ਅਤੇ ਅਕਾਲੀ ਦਲ ਦੇ ਜਿਹੜੇ ਵਿਧਾਇਕ ਸੀ ਉਹਨਾਂ ਨੇ ਵੀ ਇਹਦਾ ਸਮਰਥਨ ਕੀਤਾ, ਇਸ ਨਿੰਦਾ ਪ੍ਰਸਤਾਵ ਦਾ। ਦੂਜੇ ਪਾਸੇ ਭਾਜਪਾ ਨੇ ਕੁਝ ਸਵਾਲ ਇਹਦੇ ਉੱਤੇ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਿਧਾਇਕ ਅਤੇ ਪੰਜਾਬ ਦੇ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਅਸ਼ਵਨੀ ਸ਼ਰਮਾ, ਉਹਨਾਂ ਨੇ ਇਹਦੇ ਉੱਤੇ ਕਿੰਤੂ ਪਰੰਤੂ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਵੀ ਕਿਹਾ ਸੀ ਕਿ ਇਹ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ, ਤਿੰਨਾਂ ਫੌਜਾਂ ਦੇ ਮੁਖੀ ਨੇ ਜਿਹੜੇ, ਇਹ ਉਹਨਾਂ ਦਾ ਮਾਮਲਾ ਹੈ। ਉਹਨਾਂ ਨੇ ਇਸ ਨੂੰ ਤੈਅ ਕਰਨਾ ਹੈ ਕਿ ਕਿਹੜੀ ਸਕੀਮ ਲਿਆਂਦੀ ਜਾਣੀ ਚਾਹੀਦੀ ਹੈ, ਕਿਹੜੀ ਸਕੀਮ ਨਹੀਂ ਲਿਆਂਦੀ ਜਾਣੀ ਚਾਹੀਦੀ। ਇਸ ਕਰਕੇ ਸਾਨੂੰ ਇਸ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਦੂਜੀ ਗੱਲ ਜਿਹੜੀ ਹੈ ਉਹ ਇਹ ਵੀ ਸਮਝ ਲੱਗਦੀ ਹੈ ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਨੇ, ਵਿਧਾਇਕ ਨੇ ਔਰ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ। ਭਾਜਪਾ ਦੀ ਸਰਕਾਰ ਦੇ ਅਧੀਨ ਹੀ ਉਹ ਤਿੰਨਾਂ ਫੌਜਾਂ ਦੇ ਮੁਖੀ ਨੇ ਜਿਹੜੇ, ਜੋ ਵੀ ਯੋਜਨਾ ਬਣੀ ਹੈ, ਤਿਆਰ ਹੋਈ ਹੈ, ਉਹਦੇ ਵਿੱਚ ਕੇਂਦਰ ਸਰਕਾਰ ਦਾ ਅਹਿਮ ਯੋਗਦਾਨ ਹੈ। ਬਲਕਿ ਕੇਂਦਰ ਸਰਕਾਰ ਵੱਲੋਂ ਹੀ ਇਹ ਸਕੀਮ ਤਿਆਰ ਕੀਤੀ ਗਈ ਹੈ। ਆਪਣੇ ਪੱਧਰ ਉੱਤੇ ਜਿਹੜੇ ਫੌਜਾਂ ਦੇ ਮੁਖੀ ਨੇ ਉਹਨਾਂ ਨੇ ਇਹ ਸਕੀਮ ਤਿਆਰ ਨਹੀਂ ਕੀਤੀ। ਜੇ ਉਹਨਾਂ ਨੇ ਸਕੀਮ ਤਿਆਰ ਕੀਤੀ ਹੁੰਦੀ ਤਾਂ ਪਹਿਲਾਂ ਉਹ ਇਸ ਦੀ ਕੋਈ ਤਜਵੀਜ਼ ਭੇਜਦੇ, ਕੋਈ ਪ੍ਰਪੋਜ਼ਲ ਭੇਜਦੇ, ਕੋਈ ਸੁਝਾਅ ਭੇਜਦੇ ਸਰਕਾਰ ਨੂੰ ਕਿ ਇਸ ਸਕੀਮ ਦੇ ਉੱਤੇ ਸਾਨੂੰ ਕੰਮ ਕਰਨਾ ਚਾਹੀਦਾ। ਫਿਰ ਜੇ ਸਰਕਾਰ ਉਹਦੇ ਉੱਤੇ ਮੋਹਰ ਲਾਉਂਦੀ ਤਾਂ ਇਸ ਨੂੰ ਸਦਨ ਦੇ ਵਿੱਚ ਵੀ ਵਿਚਾਰਿਆ ਜਾ ਸਕਦਾ ਸੀ। ਨਾ ਇਹਨੂੰ ਸਦਨ ਵਿੱਚ ਵਿਚਾਰਿਆ ਗਿਆ, ਨਾ ਨੌਜਵਾਨਾਂ ਨੂੰ ਭਰੋਸੇ ਵਿੱਚ ਲਿਆ ਗਿਆ, ਨਾ ਵਿਰੋਧੀ ਪਾਰਟੀਆਂ ਨਾਲ ਗੱਲਬਾਤ ਕੀਤੀ ਗਈ ਹੈ। 14 ਜੂਨ ਵਾਲੇ ਦਿਨ ਸਿੱਧੇ ਤੌਰ 'ਤੇ ਜਿਹੜੇ ਰੱਖਿਆ ਮੰਤਰੀ ਨੇ ਭਾਰਤ ਦੇ, ਰਾਜਨਾਥ ਸਿੰਘ, ਉਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਇਹ ਸਕੀਮ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ 4 ਸਾਲਾਂ ਲਈ ਫੌਜੀ ਭਰਤੀ ਕੀਤੇ ਜਾਣਗੇ। ਜਦੋਂ 14 ਨੂੰ ਉਹਨਾਂ ਨੇ ਐਲਾਨ ਕੀਤਾ ਸੀ, 15 ਨੂੰ ਹੀ ਬਿਹਾਰ ਦੇ ਵਿੱਚ ਜਿਹੜੀ ਸਾੜ ਫੂਕ ਸ਼ੁਰੂ ਹੋ ਗਈ ਸੀ। ਉਹਦੇ ਤੋਂ ਬਾਅਦ ਕਈ ਦਿਨ ਇਹ ਸਾੜ ਫੂਕ ਚੱਲਦੀ ਰਹੀ ਅਤੇ ਉਹਦੇ ਤੋਂ ਬਾਅਦ ਫਿਰ ਸ਼ਾਂਤਮਈ ਢੰਗ ਦੇ ਨਾਲ ਅੰਦੋਲਨ ਅਜੇ ਵੀ ਚੱਲ ਰਹੇ ਨੇ। ਵੱਖ-ਵੱਖ ਜਥੇਬੰਦੀਆਂ, ਵੱਖ-ਵੱਖ ਪਾਰਟੀਆਂ, ਖਾਸ ਕਰਕੇ ਵਿਰੋਧੀ ਪਾਰਟੀਆਂ, ਮਮਤਾ ਬੈਨਰਜੀ ਦੀ ਜਿਹੜੀ ਪਾਰਟੀ ਹੈ ਉਹ ਵੀ ਉਹਦੇ ਵਿੱਚ ਸ਼ਾਮਲ ਹੈ ਔਰ ਪੰਜਾਬ ਦੀਆਂ ਪਾਰਟੀਆਂ ਜਿਹੜੀਆਂ ਨੇ, ਕਾਂਗਰਸ ਪਾਰਟੀ ਹੈ, ਅਕਾਲੀ ਦਲ ਹੈ, ਉਹ ਵੀ ਇਹਦੇ ਵਿੱਚ ਸ਼ਾਮਲ ਹੈ। ਕੇਂਦਰ ਦੇ ਪੱਧਰ ਦੇ ਉੱਤੇ ਵੀ ਕਾਂਗਰਸ ਜਿਹੜਾ ਉਹ ਇਹਦਾ ਵਿਰੋਧ ਕਰ ਰਿਹਾ ਹੈ। ਰਾਜਸਥਾਨ ਦੀ ਸਰਕਾਰ ਨੇ ਵੀ ਇਹਦੇ ਖਿਲਾਫ ਮਤਾ ਪਾਸ ਕੀਤਾ ਸੀ, ਵਿਰੋਧ ਕੀਤਾ ਸੀ ਇਸ ਦਾ। ਅਤੇ ਹੁਣ ਪੰਜਾਬ ਸਰਕਾਰ ਨੇ ਪੰਜਾਬ ਅਸੈਂਬਲੀ ਦੇ ਵਿੱਚ ਇਹਦੇ ਖਿਲਾਫ ਪ੍ਰਸਤਾਵ ਪਾਸ ਕਰ ਦਿੱਤਾ ਹੈ। ਭਗਵੰਤ ਮਾਨ ਨੇ ਵੀ ਇਸ ਮੌਕੇ ਦੇ ਉੱਤੇ ਕੁਝ ਸਵਾਲ ਉਠਾਏ। ਉਹਨਾਂ ਨੇ ਸਭ ਤੋਂ ਵੱਡੀ ਗੱਲ ਇਹ ਕੀਤੀ ਕਿ ਜੇ ਇਹ ਸਕੀਮ ਬਹੁਤ ਵਧੀਆ ਹੈ, ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਨੇਤਾ ਇਹਦਾ ਗੁਣਗਾਨ ਕਰ ਰਹੇ ਨੇ, ਸੋਹਲੇ ਗਾ ਰਹੇ ਨੇ ਕਿ ਇਹ ਸਕੀਮ ਬੜੀ ਵਧੀਆ ਹੈ, ਨੌਜਵਾਨਾਂ ਦੇ ਭਵਿੱਖ ਵਿੱਚ ਹੈ, ਉਹ ਪੜ੍ਹਾਈ ਵੀ ਕਰ ਸਕਣਗੇ, ਉਹ ਜਾਣ ਲੱਗੇ ਉਹਨਾਂ ਨੂੰ ਇੰਨੇ ਉੱਕਾ ਪੁੱਕਾ ਇੰਨੇ ਪੈਸੇ ਵੀ ਮਿਲ ਜਾਣਗੇ। ਉਹਨਾਂ ਕਿਹਾ ਕਿ ਜੇ ਇਹ ਸਕੀਮ ਬਹੁਤ ਵਧੀਆ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਦੇਸ਼ ਭਰ ਦੇ ਵਿੱਚ ਇੰਨੇ ਨੇਤਾ ਨੇ, ਉਹ ਘੱਟੋ ਘੱਟ ਆਪਣੇ ਪਰਿਵਾਰਾਂ ਦੇ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਇਹਦੇ ਵਿੱਚ ਭਰਤੀ ਕਰਾਉਣ, ਇਸ ਸਕੀਮ ਦੇ ਅਧੀਨ ਉਹਨਾਂ ਨੂੰ ਅਗਨੀਵੀਰ ਬਣਾਉਣ। ਫਿਰ ਮਤਲਬ ਆਪਾਂ ਸਮਝ ਸਕਦੇ ਹਾਂ ਕਿ ਸੱਚਮੁੱਚ ਭਾਰਤੀ ਜਨਤਾ ਪਾਰਟੀ ਵਾਲੇ ਨੇ ਜਿਹੜੇ ਉਹ ਦਿਲੋਂ ਮਨੋਂ ਇਸ ਸਕੀਮ ਨੂੰ ਪਸੰਦ ਕਰਦੇ ਨੇ ਔਰ ਇਹ ਜਿਹੜੀ ਸਕੀਮ ਆ ਇਹ ਬਹੁਤ ਚੰਗੀ ਹੈ। ਦੂਜੀ ਗੱਲ ਉਹਨਾਂ ਨੇ ਇਹ ਕਹੀ ਕਿ ਜਿੱਥੋਂ ਤੱਕ ਇਹ ਕਿਹਾ ਜਾ ਰਿਹਾ ਹੈ ਕਿ ਮੰਨ ਲਓ +2 ਪਾਸ ਕਰਕੇ ਕੋਈ ਬੱਚਾ ਜਿਹੜਾ ਹੈ ਉਹ ਫੌਜ ਦੇ ਵਿੱਚ ਚਲਾ ਜਾਂਦਾ ਹੈ, ਬਿਲਕੁਲ ਵੈਰੀ ਯੰਗ ਏਜ ਦੇ ਵਿੱਚ, ਉਸਨੇ ਅੱਗੇ ਹੋਰ ਪੜ੍ਹਾਈ ਕਰਨੀ ਆ, ਉਹਦਾ ਸੁਪਨਾ ਹੈ ਕੁਝ ਹੋਰ ਅੱਗੇ ਪੜ੍ਹਾਈ ਕਰਨ ਦਾ,
ਤਾਂ ਸਰਕਾਰ ਕਹਿੰਦੀ ਹੈ ਠੀਕ ਹੈ ਜੀ ਅਸੀਂ ਤੁਹਾਨੂੰ ਪੜ੍ਹਾਈ ਦਾ ਮੌਕਾ ਵੀ ਦੇਵਾਂਗੇ। ਹੁਣ ਕੋਈ ਵੀ ਡਿਗਰੀ ਜਿਹੜੀ ਹੈ ਉਹ 4 ਸਾਲ ਤੋਂ ਘੱਟ ਸਮੇਂ ਦੇ ਵਿੱਚ ਨਹੀਂ ਹੁੰਦੀ। ਜੇ +2 ਕਰਕੇ ਡਿਗਰੀ ਕੀਤੀ ਜਾਂਦੀ ਹੈ ਤਾਂ ਕੋਈ 4 ਸਾਲ 'ਚ ਹੁੰਦੀ, ਕੋਈ 5 ਸਾਲ 'ਚ ਵੀ ਹੁੰਦੀ ਹੈ। ਉਹ ਡਿਗਰੀ ਜਿਹੜੀ ਹੈ ਉਹ ਸਰਕਾਰ ਉਹਨੂੰ ਫੌਜ ਦੇ ਵਿੱਚ ਰਹਿੰਦੇ ਹੋਏ ਕਰਵਾਏਗੀ। ਇਹਦੇ ਉੱਤੇ ਵੀ ਭਗਵੰਤ ਮਾਨ ਨੇ ਕਟਾਕਸ਼ ਕੀਤਾ ਕਿ ਫੌਜੀ ਦੇ ਹੱਥ ਵਿੱਚ ਇੱਕ ਪਾਸੇ ਬੰਦੂਕ ਹੋਏਗੀ, ਦੂਜੇ ਪਾਸੇ ਉਹਦੇ ਹੱਥ 'ਚ ਕਿਤਾਬ ਹੋਏਗੀ। ਉਹ ਦੇਸ਼ ਦੀ ਰੱਖਿਆ ਨੂੰ ਤਰਜੀਹ ਦੇਵੇਗਾ ਕਿ ਆਪਣੇ ਪੇਪਰਾਂ ਨੂੰ ਤਰਜੀਹ ਦੇਵੇਗਾ, ਉਹ ਪੜ੍ਹਾਈ ਕਰੇਗਾ ਕਿ ਆਪਣੀ ਡਿਊਟੀ ਸੰਭਾਲੇਗਾ। ਮਤਲਬ ਇਹ ਗੱਲ ਵੀ ਉਹਨਾਂ ਨੇ ਕਿਹਾ ਕਿ ਬੜੀ ਕੁਛ ਠੀਕ ਨਹੀਂ ਲੱਗਦੀ, ਜਾਇਜ਼ ਨਹੀਂ ਲੱਗਦੀ। ਸਿਰਫ ਐਵੇਂ ਹੀ ਜਿਹੜੀਆਂ ਗੱਲਾਂ ਨੇ ਉਹ ਬਿਆਨਬਾਜ਼ੀ ਜਿਹੜੀ ਹੈ ਉਹ ਜਾਰੀ ਕੀਤੀ ਜਾ ਰਹੀ ਹੈ। ਇੱਕ ਗੱਲ ਹੋਰ ਭਗਵੰਤ ਮਾਨ ਹੋਰਾਂ ਨੇ ਜਿਹੜੀ ਬਹੁਤ ਵਧੀਆ ਗੱਲ ਕੀਤੀ ਹੈ ਕਿ ਮੰਨ ਲਓ ਫੌਜੀ ਜਿਹੜਾ ਹੈ ਉਹਦੀ 3-4 ਮਹੀਨੇ ਰਿਟਾਇਰਮੈਂਟ ਦਾ ਸਮਾਂ ਰਹਿੰਦਾ ਹੈ। 4 ਸਾਲ ਉਹਦੇ ਪੂਰੇ ਹੋ ਗਏ ਨੇ, 3.5 ਸਾਲ ਗੁਜ਼ਾਰ ਲਏ ਨੇ ਉਹਨੇ, ਅੱਗੇ ਕੋਈ 4-5 ਮਹੀਨੇ ਰਹਿੰਦੇ ਨੇ। ਇਸ ਦੌਰਾਨ ਜੰਗ ਲੱਗ ਜਾਵੇ ਤੇ ਉਹਨੇ ਤਾਂ 3-4 ਮਹੀਨੇ ਬਾਅਦ ਰਿਟਾਇਰ ਹੋ ਕੇ ਘਰ ਚਲੇ ਜਾਣਾ। ਉਹ ਕੀ ਸੋਚੇਗਾ ਕਿ ਮੈਂ ਜੰਗ ਲੜਾਂ ਕਿ ਮੈਂ ਆਪਣੇ ਆਪ ਨੂੰ ਮਤਲਬ ਜੰਗ ਦੇ ਵਿੱਚ ਉਹ ਕਿਸ ਭਾਵਨਾ ਦੇ ਨਾਲ ਭਾਗ ਲਵੇਗਾ। ਉਹਦੇ ਵਿੱਚ ਦੇਸ਼ ਭਗਤੀ ਦਾ ਜਜ਼ਬਾ ਜਿਹੜਾ ਹੈ, ਦੇਸ਼ ਦੀ ਸੁਰੱਖਿਆ ਦਾ ਜਜ਼ਬਾ, ਉਹ ਉਸ ਢੰਗ ਦੇ ਨਾਲ ਨਹੀਂ ਹੋਵੇਗਾ ਜਿਸ ਤਰ੍ਹਾਂ ਇੱਕ ਆਮ ਫੌਜੀ ਦੇ ਵਿੱਚ ਹੁੰਦਾ ਹੈ। ਕਿਉਂਕਿ ਉਹਦੇ ਦਿਮਾਗ 'ਚ ਹੋਏਗੀ ਕਿ ਮੈਂ ਤਾਂ ਹੁਣ 2-3 ਮਹੀਨਿਆਂ ਨੂੰ ਘਰ ਚਲੇ ਜਾਣਾ, ਜੰਗ ਜਿੱਤੀ ਜਾਵੇ ਜਾਂ ਹਾਰੀ ਜਾਵੇ, ਮੈਨੂੰ ਇਹਦੇ ਨਾਲ ਕੀ ਮਤਲਬ ਹੈ। ਤਾਂ ਉਹਨਾਂ ਨੇ ਭਗਵੰਤ ਮਾਨ ਨੇ ਇਹ ਗੱਲ ਵੀ ਕਹੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪ੍ਰਧਾਨ ਮੰਤਰੀ ਨਾਲ, ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਬੇਨਤੀ ਕਰਨਗੇ ਕਿ ਇਸ ਸਕੀਮ ਨੂੰ ਵਾਪਸ ਲਿਆ ਜਾਵੇ। ਉਮੀਦ ਬਿਲਕੁਲ ਨਹੀਂ ਲੱਗਦੀ ਇਸ ਗੱਲ ਦੀ। ਜ਼ਰੂਰ ਮਿਲਣਗੇ। ਭਗਵੰਤ ਮਾਨ ਪਹਿਲਾਂ ਵੀ ਮਿਲ ਚੁੱਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਔਰ ਜਾ ਕੇ ਉਹਨਾਂ ਕੋਲੋਂ 1 ਲੱਖ ਕਰੋੜ ਰੁਪਏ ਦਾ ਜਿਹੜੀ ਮਦਦ ਮੰਗੀ ਸੀ, ਉਹ ਵੀ ਉਹਨਾਂ ਨੂੰ ਨਹੀਂ ਮਿਲੀ ਅਜੇ ਤੱਕ। ਉਹ ਹੁਣ ਵੀ ਉਹ ਜਾ ਕੇ ਉਹਨਾਂ ਨੂੰ ਮਿਲ ਸਕਦੇ ਨੇ, ਇਹ ਗੱਲ ਵੀ ਉਠਾ ਸਕਦੇ ਨੇ, ਪਰ ਇਹਦੇ ਮੰਨਣ ਦੀ ਕੋਈ ਸੰਭਾਵਨਾ ਨਹੀਂ ਕਿਉਂਕਿ ਇਹਦੇ ਉੱਤੇ ਅੱਗੇ ਜਿਹੜੀ ਇੰਪਲੀਮੈਂਟੇਸ਼ਨ ਹੈ, ਅਮਲ ਹੈ, ਉਹ ਸ਼ੁਰੂ ਹੋ ਚੁੱਕਾ ਹੈ ਜੀ। ਔਰ ਸਰਕਾਰ ਇਸ ਗੱਲ ਦੇ ਉੱਤੇ ਵਜੇਦ ਹੈ। ਸ਼ਾਇਦ ਖੇਤੀਬਾੜੀ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਵਾਪਸ ਲੈਣ ਦੀ ਜੋ ਗਿਲਾਨੀ, ਜੋ ਜਿਸ ਤਰ੍ਹਾਂ ਦੀ ਭਾਵਨਾ ਸਰਕਾਰ ਨੇ ਮਹਿਸੂਸ ਕੀਤੀ ਸੀ, ਹੁਣ ਉਹ ਬਿਲਕੁਲ ਹਰਗਿਜ਼ ਇਹ ਗੱਲ ਨਹੀਂ ਕਰੇਗੀ ਕਿ ਵਿਰੋਧੀ ਧਿਰਾਂ ਦੇ ਦਬਾਅ ਦੇ ਅਧੀਨ ਆ ਕੇ ਉਹ ਇਸ ਸਕੀਮ ਨੂੰ ਵਾਪਸ ਲੈ ਲਵੇ। ਪਰ ਜਿਹੜੀਆਂ ਵਿਰੋਧੀ ਧਿਰਾਂ ਨੇ, ਜਿਹੜੀਆਂ ਜਥੇਬੰਦੀਆਂ ਨੇ, ਸੰਯੁਕਤ ਕਿਸਾਨ ਮੋਰਚਾ ਹੈ, ਨੌਜਵਾਨਾਂ ਦੀਆਂ ਜਥੇਬੰਦੀਆਂ ਨੇ, ਉਹ ਸਾਰੀਆਂ ਵੀ ਇਸ ਗੱਲ ਦੇ ਉੱਤੇ ਵਜਿਦ ਨੇ ਕਿ ਅਸੀਂ ਇਸ ਸਕੀਮ ਨੂੰ ਕਿਸੇ ਵੀ ਹਾਲਤ ਦੇ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ, ਇਹਨੂੰ ਅਸੀਂ ਵਾਪਸ ਕਰਾਵਾਂਗੇ। ਕਿਸਾਨ ਯੂਨੀਅਨ ਜਿਹੜੀਆਂ ਨੇ ਉਹ ਆਲਰੇਡੀ ਇਹਦੇ ਖਿਲਾਫ ਪ੍ਰੋਟੈਸਟ ਕਰ ਰਹੀਆਂ ਨੇ, ਵਿਰੋਧ ਪ੍ਰਦਰਸ਼ਨ ਕਰ ਰਹੀਆਂ ਨੇ। ਨੌਜਵਾਨਾਂ ਦੀਆਂ ਜਥੇਬੰਦੀਆਂ ਵੀ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਨੇ। ਜਿਹੜਾ ਆਖਰੀ ਮਤਲਬ ਦਿਨ ਸੀਗਾ ਵਿਧਾਨ ਸਭਾ ਦੇ ਇਜਲਾਸ ਦਾ, ਉਹਦੇ ਵਿੱਚ ਇੱਕ ਗੱਲ ਹੋਰ ਕੀਤੀ ਗਈ ਹੈ ਕਿਉਂਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਚੰਡੀਗੜ੍ਹ ਦੇ ਵਿੱਚ, ਕੇਂਦਰ ਸਰਕਾਰ ਉਹਨੂੰ ਆਪਣੇ ਹੱਥਾਂ 'ਚ ਲੈਣ ਵਾਸਤੇ ਉਤਾਵਲਾ ਹੈ। ਉਹਦੇ ਸੰਬੰਧ ਦੇ ਵਿੱਚ ਅੱਗੇ ਕਾਰਵਾਈ ਜਿਹੜੀ ਹੈ ਉਹ ਚੱਲ ਰਹੀ ਹੈ, ਪਹਿਲਾਂ ਹੀ ਚੱਲ ਰਹੀ ਹੈ ਕਾਰਵਾਈ। ਔਰ ਜਿਹੜੇ ਲੋਕ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਵਿੱਚ ਰੱਖਣ ਦੇ ਹਿਤੈਸ਼ੀ ਨੇ, ਉਹਦੇ ਪੱਖ ਵਿੱਚ ਨੇ, ਉਹ ਇਸ ਦਾ ਵਿਰੋਧ ਕਰ ਰਹੇ ਨੇ। ਵਿਧਾਨ ਸਭਾ ਦੇ ਵਿੱਚ ਵੀ ਕੱਲ੍ਹ ਇਸ ਸੰਬੰਧ ਵਿੱਚ ਵੀ ਇੱਕ ਮਤਾ ਪ੍ਰਸਤਾਵ ਜਿਹੜਾ ਹੈ ਉਹ ਪਾਸ ਕੀਤਾ ਗਿਆ ਹੈ ਕਿ ਇਸ ਯੂਨੀਵਰਸਿਟੀ ਨੂੰ ਪੰਜਾਬ ਵਿੱਚ ਹੀ ਰਹਿਣ ਦਿੱਤਾ ਜਾਵੇ, ਇਹਨੂੰ ਕੇਂਦਰ ਦਾ ਹਿੱਸਾ ਨਾ ਬਣਾਇਆ ਜਾਵੇ। ਬਲਕਿ ਇਹ ਵੀ ਕਿਹਾ ਸਰਕਾਰ ਨੇ ਕਿ ਅਸੀਂ ਆਪਣੇ 2 ਵਿਧਾਇਕ ਜਿਹੜੇ ਨੇ ਉਹਨਾਂ ਨੂੰ ਸੈਨੇਟ ਦੇ ਮੈਂਬਰ ਵੀ ਬਣਾਵਾਂਗੇ। ਉਹਨਾਂ ਵਿਧਾਇਕਾਂ ਦੀ ਚੋਣ ਜਿਹੜੇ ਸਪੀਕਰ ਨੇ ਅਸੈਂਬਲੀ ਦੇ ਉਹ ਕਰਨਗੇ ਕਿ ਕਿਹੜੇ ਵਿਧਾਇਕਾਂ ਨੂੰ ਸੈਨੇਟ ਦੇ ਵਿੱਚ ਭੇਜਿਆ ਜਾਣਾ ਹੈ। ਇੱਕ ਹੋਰ ਬਿੱਲ ਪਾਸ ਕੀਤਾ ਗਿਆ, ਇਹ ਤਾਂ ਮਤੇ ਪਾਸ ਕੀਤੇ ਗਏ ਨਾ, ਇੱਕ ਬਿੱਲ ਵੀ ਪਾਸ ਕੀਤਾ ਗਿਆ ਕਿ 1 ਵਿਧਾਇਕ 1 ਪੈਨਸ਼ਨ ਹੀ ਇੰਪਲੀਮੈਂਟ ਹੋਵੇਗੀ ਪੰਜਾਬ ਦੇ ਵਿੱਚ। ਪਹਿਲਾਂ ਇਸ ਸੰਬੰਧ ਦੇ ਵਿੱਚ ਆਰਡੀਨੈਂਸ ਜਾਰੀ ਕੀਤਾ ਗਿਆ ਸੀ। ਆਰਡੀਨੈਂਸ ਜਿਹੜਾ ਸੀ ਉਹ ਰਾਜਪਾਲ ਕੋਲ ਜਦੋਂ ਗਿਆ ਤਾਂ ਰਾਜਪਾਲ ਨੇ ਉਸ ਆਰਡੀਨੈਂਸ ਨੂੰ ਵਾਪਸ ਭੇਜ ਦਿੱਤਾ ਸੀ ਕਿ ਤੁਹਾਡਾ ਜਿਹੜਾ ਅਸੈਂਬਲੀ ਦਾ ਸੈਸ਼ਨ ਹੈ ਉਹ ਆਉਣ ਵਾਲਾ ਹੈ, ਤੁਸੀਂ ਇਹਦੇ ਵਿੱਚ ਬਿੱਲ ਪਾਸ ਕਰਕੇ ਲਿਆਓ, ਕਾਨੂੰਨ ਬਣਾ ਕੇ ਸਾਹਮਣੇ ਲਿਆਓ, ਤਾਂ ਫਿਰ ਉਹਦੇ ਉੱਤੇ ਦਸਤਖਤ ਜਿਹੜੇ ਉਹ ਕੀਤੇ ਜਾਣਗੇ। ਹੁਣ ਉਸ ਸੰਬੰਧ ਦੇ ਵਿੱਚ ਕਾਨੂੰਨ ਬਣ ਗਿਆ, ਬਿੱਲ ਪਾਸ ਹੋ ਗਿਆ, ਉਹ ਹੁਣ ਰਾਜਪਾਲ ਕੋਲ ਜਾਵੇਗਾ ਤੇ ਉੱਥੇ ਉਹਦੇ 'ਤੇ ਸਾਈਨ ਹੋ ਜਾਂਦੇ ਨੇ ਤੇ ਇਹ ਕਾਨੂੰਨ ਲਾਗੂ ਹੋ ਜਾਵੇਗਾ ਕਿ 1 ਵਿਧਾਇਕ ਨੂੰ, ਚਾਹੇ ਉਹ 6 ਵਾਰੀ ਵਿਧਾਇਕ ਚੁਣਿਆ ਗਿਆ ਹੋਵੇ, 1 ਹੀ ਉਸ ਨੂੰ ਪੈਨਸ਼ਨ ਮਿਲੇਗੀ। ਇੱਕ ਗੱਲ ਹੋਰ ਵੀ ਜਿਹੜੀ ਭਗਵੰਤ ਮਾਨ ਹੋਰੀ ਚੋਣ ਮੁਹਿੰਮ ਵੇਲੇ ਤੋਂ ਕਹਿੰਦੇ ਆ ਰਹੇ ਨੇ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ, ਹਰੀ ਸਿਆਹੀ ਵਾਲੇ ਪੈਨ ਦੀ ਵਰਤੋਂ ਕਰਾਂਗੇ, ਉਸ ਸੰਬੰਧ ਵਿੱਚ ਵੀ ਉਹਨਾਂ ਨੇ ਕੱਲ੍ਹ ਭਰੋਸਾ ਦਿੱਤਾ ਹੈ। ਉਹਦੇ ਬਾਰੇ ਹਜੇ ਕੋਈ ਬਿੱਲ ਪਾਸ ਨਹੀਂ ਹੋਇਆ। ਭਰੋਸਾ ਦਿੱਤਾ ਹੈ ਕਿ 36,000 ਤੋਂ ਵੱਧ ਜਿਹੜੇ ਕੱਚੇ ਮੁਲਾਜ਼ਮ ਨੇ ਪੰਜਾਬ ਰੋਡ ਵਿੱਚ, PRTC 'ਚ, ਹੋਰ ਵਿਭਾਗਾਂ ਦੇ ਵਿੱਚ, ਉਹਨਾਂ ਨੂੰ ਹਰ ਹਾਲਤ ਵਿੱਚ ਪੱਕੇ ਕੀਤਾ ਜਾਵੇਗਾ। ਭਾਵੇਂ ਉਹਦੇ ਵਾਸਤੇ ਸਾਨੂੰ ਇੱਕ ਵਿਸ਼ੇਸ਼ ਇਜਲਾਸ ਹੋਰ ਜਿਹੜਾ ਹੈ ਉਹ ਬੁਲਾਉਣਾ ਪਵੇ। ਤੇ ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਫਿਰ ਵਿਧਾਨ ਸਭਾ ਦੀ ਕਾਰਵਾਈ ਜਿਹੜੀ ਆ ਉਹ ਅਣਮਿੱਥੇ ਸਮੇਂ ਲਈ ਕੱਲ੍ਹ ਮੁਲਤਵੀ ਕਰ ਦਿੱਤੀ ਗਈ ਜੀ। ਹਾਂਜੀ ਸੰਧੂ ਸਾਹਿਬ, ਜਿਹੜਾ ਫਿਰੋਜ਼ਪੁਰ ਦੇ ਵਿੱਚ PGI ਦਾ ਸੈਟੇਲਾਈਟ ਸੈਂਟਰ ਬਣਨਾ, ਜਿਹਦੀ 2013 ਤੋਂ ਗੱਲਬਾਤ ਚੱਲ ਰਹੀ ਹੈ,
ਉਹਦੀ ਨੀਂਹ ਰੱਖਣੀ ਸੀ ਜਨਵਰੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਭਾਰਤ ਆਏ ਸੀ, ਪੰਜਾਬ ਆਏ ਸੀ, ਪਰ ਉੱਥੋਂ ਉਹਨਾਂ ਨੂੰ ਵਾਪਸ ਮੁੜਨਾ ਪਿਆ ਤੇ ਉਹ ਕੰਮ ਨਹੀਂ ਹੋ ਸਕਿਆ। ਤੇ ਇਹਦੇ ਬਾਰੇ ਇਸੇ ਸੈਸ਼ਨ ਦੌਰਾਨ ਅਸੈਂਬਲੀ ਦੇ ਵਿੱਚ ਸਵਾਲ ਪੁੱਛਿਆ ਗਿਆ ਸਰਕਾਰ ਤੇ ਉਹਦੇ ਜਵਾਬ ਦੇ ਵਿੱਚ ਅਸ਼ਵਨੀ ਸ਼ਰਮਾ ਨੇ ਇਹ ਕਿਹਾ, ਜਿਹੜੇ ਪਠਾਨਕੋਟ ਤੋਂ MLA ਨੇ BJP ਦੇ, ਉਹ ਕਹਿੰਦੇ ਬਹੁਤ ਜਲਦ ਪ੍ਰਧਾਨ ਮੰਤਰੀ ਦੁਬਾਰਾ ਪੰਜਾਬ ਆਉਣਗੇ ਤੇ ਨੀਂਹ ਪੱਥਰ ਰੱਖਣਗੇ ਇਸ ਨਵੇਂ ਸੈਟੇਲਾਈਟ ਸੈਂਟਰ ਦਾ। ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਫਿਰੋਜ਼ਪੁਰ ਦਿਹਾਤੀ ਖੇਤਰ ਦੇ ਨਾਲ ਸੰਬੰਧਿਤ ਜੀ ਰਜਨੀਸ਼ ਦਹੀਆ, ਜਿਨ੍ਹਾਂ ਨੇ ਇਹ ਸਵਾਲ ਉਠਾਇਆ ਸੀ ਕਿ 10 ਸਾਲ ਹੋ ਗਏ ਨੇ ਇਸ ਚੀਜ਼ ਦਾ ਐਲਾਨ ਕੀਤਿਆਂ ਕਿ ਫਿਰੋਜ਼ਪੁਰ ਦੇ ਵਿੱਚ PGI ਦੀ ਸਟੈਬਲਿਸ਼ਮੈਂਟ ਕੀਤੀ ਜਾਏਗੀ, ਸਥਾਪਿਤ ਕੀਤਾ ਜਾਏਗਾ, ਪਰ 10 ਸਾਲਾਂ ਤੋਂ ਬਾਅਦ ਇਸ ਮਾਮਲੇ ਵਿੱਚ ਕੁਝ ਨਹੀਂ ਹੋਇਆ। ਜਦੋਂ ਪਿਛਲੇ ਦਿਨੀ ਪ੍ਰਧਾਨ ਮੰਤਰੀ ਨੇ ਇੱਥੇ ਆ ਕੇ ਉਹਦਾ ਨੀਂਹ ਪੱਥਰ ਰੱਖਣਾ ਸੀ, ਅਜੇ ਨੀਂਹ ਪੱਥਰ ਰੱਖਣਾ ਸੀ, ਫਿਰ ਬਿਲਡਿੰਗ ਦੀ ਉਸਾਰੀ ਹੋਣੀ ਸੀ, ਫਿਰ ਬਣਨੀ ਸੀ, ਫਿਰ ਕੰਮ ਚੱਲਣਾ ਸੀ, ਉਸ ਤੋਂ ਬਾਅਦ ਲੋਕਾਂ ਨੂੰ ਸਹੂਲਤਾਂ ਮਿਲਣੀਆਂ ਸੀ, ਪਰ ਉਹ ਨੀਂਹ ਪੱਥਰ ਵੀ ਰੱਖਣ ਵਾਸਤੇ ਨਹੀਂ ਆ ਸਕੇ ਕਿਉਂਕਿ ਉਹਨਾਂ ਨੇ ਕਿਹਾ ਕਿ ਰਸਤੇ ਦੇ ਵਿੱਚ ਜਿਹੜਾ ਟ੍ਰੈਫਿਕ ਜਾਮ ਲੱਗ ਗਿਆ ਔਰ ਰਸਤਾ ਰੋਕ ਦਿੱਤਾ ਗਿਆ। 20 ਮਿੰਟ ਉਹ ਸੜਕ ਦੇ ਉੱਤੇ ਖੜ੍ਹੇ ਰਹੇ ਇੱਕ ਫਲਾਈਓਵਰ ਦੇ ਉੱਤੇ, ਉੱਥੋਂ ਉਹ ਵਾਪਸ ਚਲੇ ਗਏ ਔਰ ਜਾ ਕੇ ਉਹਨਾਂ ਨੇ ਇਹ ਵੀ ਬਠਿੰਡਾ ਦੇ ਹਵਾਈ ਅੱਡੇ ਉੱਤੇ ਇਹ ਵੀ ਸੰਦੇਸ਼ ਦਿੱਤਾ ਸੀਗਾ ਸੰਬੰਧਿਤ ਅਧਿਕਾਰੀਆਂ ਨੂੰ, ਪੰਜਾਬ ਦਿਆਂ ਨੂੰ, ਕਿ ਆਪਣੇ ਜਾ ਕੇ ਤੁਸੀਂ ਕਹਿਣਾ ਮੁੱਖ ਮੰਤਰੀ ਨੂੰ ਕਿ ਮੈਂ ਇੱਥੋਂ ਸੁਰੱਖਿਅਤ ਵਾਪਸ ਜਾ ਰਿਹਾ ਹਾਂ, ਜਿੰਦਾ ਵਾਪਸ ਜਾ ਰਿਹਾ ਹਾਂ। ਇਸ ਤਰ੍ਹਾਂ ਦੀ ਟਿੱਪਣੀ ਵੀ ਉਹਨਾਂ ਨੇ ਕੀਤੀ ਸੀ। ਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਵਾਲਿਆਂ ਨੇ ਟਿੱਪਣੀ ਇਹ ਕੀਤੀ ਸੀ ਕਿ ਜਿਸ ਜਲਸੇ ਨੂੰ ਉਹਨਾਂ ਨੇ ਸੰਬੋਧਨ ਕਰਨਾ ਸੀ ਉੱਥੇ ਤਾਂ 1000 ਦੇ ਵਿੱਚੋਂ 900 ਕੁਰਸੀਆਂ ਖਾਲੀ ਪਈਆਂ ਸੀ, ਸੰਬੋਧਨ ਉੱਥੇ ਆ ਕੇ ਕਿਹਨੂੰ ਕਰਨਾ ਸੀ। ਇਸ ਕਰਕੇ ਉਹਨਾਂ ਨੂੰ ਰਸਤੇ ਵਿੱਚ ਇਸ ਗੱਲ ਦੀ ਜਾਣਕਾਰੀ ਮਿਲ ਗਈ ਸੀ ਕਿ ਉੱਥੇ ਕੋਈ ਬਹੁਤ ਜ਼ਿਆਦਾ ਇਕੱਠ ਨਹੀਂ ਹੈ, ਬਹੁਤ ਜ਼ਿਆਦਾ ਭੀੜ ਨਹੀਂ ਹੈ। ਉਸ ਵੇਲੇ ਖੇਤੀਬਾੜੀ ਅੰਦੋਲਨ ਜਿਹੜਾ ਉਹਦਾ ਵੀ ਬੜਾ ਜ਼ੋਰ ਸੀ, ਸ਼ੋਰ ਸੀ ਉਸ ਵੇਲੇ ਪੰਜਾਬ ਦੇ ਲੋਕਾਂ ਵਿੱਚ। ਇਸ ਕਰਕੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਸੀ, ਪ੍ਰਧਾਨ ਮੰਤਰੀ ਦਾ ਵੀ ਵਿਰੋਧ ਸੀ। ਲੋਕਾਂ ਨੇ ਸੁਣ ਲਈ, ਉੱਥੇ ਉਹਨਾਂ ਨੂੰ ਆਉਣ ਵਿੱਚ ਕੋਈ ਦਿਲਚਸਪੀ, ਕੋਈ ਉਤਸ਼ਾਹ ਨਹੀਂ ਦਿਖਾਇਆ। ਇਹ ਕਾਰਨ ਵੀ ਮੰਨਿਆ ਜਾ ਰਿਹਾ ਕਿ ਉਹ ਤਾਂ ਵਾਪਸ ਮੁੜ ਗਏ ਸੀ, ਪਰ ਜਿਹੜਾ ਉਹਨਾਂ ਨੇ ਉਸ ਵੇਲੇ PGI ਦਾ ਨੀਂਹ ਪੱਥਰ ਰੱਖਣਾ ਸੀ ਉਹ ਵੀ ਨਹੀਂ ਰੱਖਿਆ ਗਿਆ, ਤੇ ਹੋਰ ਵੀ ਜੇ ਕੋਈ ਉਹਨਾਂ ਨੇ ਗੱਲਾਂ ਕਰਨੀਆਂ ਸੀ ਉਹ ਵੀ ਨਹੀਂ ਕਰ ਸਕੇ। ਹੁਣ ਜਦੋਂ ਅਸੈਂਬਲੀ ਦੇ ਵਿੱਚ ਰਜਨੀਸ਼ ਦਹੀਆ ਵਿਧਾਇਕ ਜਿਹੜੇ, ਉਹਨਾਂ ਨੇ ਇਹ ਸਵਾਲ ਉਠਾਇਆ ਕਿ ਇੱਕ ਤਾਂ ਇਹਦੇ ਵਿੱਚ ਕ੍ਰੈਡਿਟ ਵਾਰ ਦੀ ਗੱਲ ਚੱਲ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਇਹ ਬਣਾਉਣਾ ਚਾਹੁੰਦੀ ਹੈ, ਭਾਰਤੀ ਜਨਤਾ ਪਾਰਟੀ ਇਸ ਦਾ ਕ੍ਰੈਡਿਟ ਲੈਣਾ ਚਾਹੁੰਦੀ ਹੈ, ਪ੍ਰਧਾਨ ਮੰਤਰੀ ਹੀ ਇਸ ਦਾ ਉਦਘਾਟਨ ਕਰਨਗੇ, ਪ੍ਰਧਾਨ ਮੰਤਰੀ ਹੀ ਇਸ ਦਾ ਨੀਂਹ ਪੱਥਰ ਰੱਖਣਗੇ। ਉਹਨਾਂ ਨੇ ਕਿਹਾ ਵੀ ਬੇਸ਼ੱਕ ਕ੍ਰੈਡਿਟ ਵਾਰ ਚੱਲਦੀ ਰਹੇ, ਕੋਈ ਕ੍ਰੈਡਿਟ ਲਵੇ, ਕੋਈ ਕ੍ਰੈਡਿਟ ਨਾ ਲਵੇ, ਪਰ ਜਿੰਨਾ ਚਿਰ ਇਹ ਬਣਦਾ ਰਹੀ ਲੋਕਾਂ ਨੂੰ ਕੋਈ ਸਹੂਲਤ ਨਹੀਂ ਮਿਲ ਸਕਦੀ। ਲੋਕਾਂ ਨੂੰ ਕ੍ਰੈਡਿਟ ਵਾਰ ਨਾਲ ਕੋਈ ਮਤਲਬ ਨਹੀਂ, ਲੋਕਾਂ ਨੇ ਕਿਹੜਾ ਇਲੈਕਸ਼ਨ ਲੜਨੀ ਹੁੰਦੀ ਹੈ, ਉਹਨਾਂ ਨੇ ਤਾਂ ਵੋਟਾਂ ਪਾਉਣੀਆਂ ਹੀ ਹੁੰਦੀਆਂ। ਇਸ ਕਰਕੇ ਉਹਨਾਂ ਨੂੰ ਤਾਂ ਇਹ ਹੈ ਕਿ ਜੇ ਇਹ ਸੈਂਟਰ ਬਣ ਜਾਵੇ ਤਾਂ ਇਹਦੇ ਨਾਲ ਉਹਨਾਂ ਨੂੰ ਕੁਝ ਸਹੂਲਤ ਮਿਲ ਸਕਦੀ ਹੈ। ਪੰਜਾਬ ਭਰ ਦੇ ਵਿੱਚ ਇਸ ਤੋਂ ਪਹਿਲਾਂ ਅੰਮ੍ਰਿਤਸਰ, ਤਰਨਤਾਰਨ, ਬਠਿੰਡਾ, ਫਿਰੋਜ਼ਪੁਰ, ਮਾਨਸਾ, ਸੰਗਰੂਰ, ਗੁਰਦਾਸਪੁਰ, ਜਿੱਥੋਂ ਦੇ ਵੀ ਲੋਕ ਨੇ, ਜੇ ਕਦੀ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਲੋੜ ਪੈਂਦੀ ਹੈ ਤੇ ਕੋਈ ਗੰਭੀਰ ਬਿਮਾਰੀ ਦੀ ਸਥਿਤੀ ਵਿੱਚ PGI ਚੰਡੀਗੜ੍ਹ ਉਹਨਾਂ ਨੂੰ ਜਾਣਾ ਪੈਂਦਾ। ਜੇ ਫਿਰੋਜ਼ਪੁਰ ਦੇ ਵਿੱਚ PGI ਦਾ ਸੈਂਟਰ ਬਣ ਜਾਵੇਗਾ ਤਾਂ ਇੱਥੇ ਉਹ ਵਾਲੀਆਂ ਸਹੂਲਤਾਂ ਮਿਲ ਜਾਣਗੀਆਂ ਜਿਹੜੀਆਂ PGI ਚੰਡੀਗੜ੍ਹ ਵਿੱਚ ਮਿਲਦੀਆਂ ਨੇ, ਤਾਂ ਲੋਕੀ ਚੰਡੀਗੜ੍ਹ ਜਾਣ ਦੀ ਬਜਾਏ ਇੱਥੇ ਫਿਰੋਜ਼ਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੀ ਨਹੀਂ, ਸਗੋਂ ਜਿਹੜੇ ਆਸ-ਪਾਸ ਦੇ ਹੋਰ ਜ਼ਿਲ੍ਹੇ ਨੇ ਨੇੜੇ ਦੇ, ਉਹ ਲੋਕ ਵੀ ਇੱਥੇ ਆ ਕੇ ਆਪਣਾ ਇਲਾਜ ਕਰਵਾ ਸਕਣਗੇ। ਇਸ ਦਾ ਜਵਾਬ ਜਿਹੜਾ ਉਹ ਦਿੱਤਾ ਉਹਨਾਂ ਨੇ, ਅਸ਼ਵਨੀ ਸ਼ਰਮਾ ਹੋਰਾਂ ਨੇ। ਉਹਨਾਂ ਨੇ ਕਿਹਾ ਜੀ ਕਿ ਬਹੁਤ ਜਲਦੀ ਪ੍ਰਧਾਨ ਮੰਤਰੀ ਪੰਜਾਬ ਆਉਣਗੇ ਔਰ ਉਹ ਆ ਕੇ ਇੱਥੇ ਇਸ ਦਾ ਉਦਘਾਟਨ ਕਰਨਗੇ, ਫਿਰੋਜ਼ਪੁਰ ਵਾਲੇ PGI ਦਾ। ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੰਦਰੂਨੀ ਜਿਹੜੀ ਗੱਲਬਾਤ ਹੈ, ਜੋ ਯੋਜਨਾ, ਜੋ ਪਲੈਨਿੰਗ ਹੈ, ਇਹ ਹੋ ਸਕਦਾ ਕੁਝ ਬਣੀ ਹੋਵੇਗੀ ਜਿਹੜੀ ਪੰਜਾਬ ਭਾਜਪਾ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚੀ, ਜਿਸ ਦੇ ਬਲਬੂਤੇ ਉੱਤੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ। ਹਜੇ ਕਿ ਬਕਾਇਦਾ ਕੋਈ ਪ੍ਰੋਗਰਾਮ ਦਾ ਹੁਣ ਤੱਕ ਐਲਾਨ ਨਹੀਂ ਕੀਤਾ ਗਿਆ, ਕਿਸੇ ਤਰੀਕ ਦਾ ਵੀ ਐਲਾਨ ਨਹੀਂ ਕੀਤਾ ਗਿਆ। ਉਹ 1 ਮਹੀਨੇ ਨੂੰ ਆਉਂਦੇ ਨੇ, 2 ਨੂੰ ਆਉਂਦੇ ਨੇ ਕਿ 3 ਮਹੀਨਿਆਂ ਨੂੰ ਆਉਂਦੇ ਨੇ, ਇਸ ਗੱਲ ਦਾ ਵੀ ਕੋਈ ਪਤਾ ਨਹੀਂ। ਪਰ ਇਹ ਗੱਲ ਉਹਨਾਂ ਨੇ ਕਹੀ ਹੈ ਦਾਅਵੇ ਨਾਲ ਕਿ ਬਹੁਤ ਜਲਦੀ ਹੀ ਪ੍ਰਧਾਨ ਮੰਤਰੀ ਪੰਜਾਬ ਆਉਣਗੇ ਤੇ ਉਹ ਆ ਕੇ ਇਸ PGI ਸੈਂਟਰ ਦਾ ਉਦਘਾਟਨ ਕਰਨਗੇ, ਇਸ ਨੂੰ ਚਾਲੂ ਕਰਨਗੇ। ਉਸ ਤੋਂ ਬਾਅਦ ਫਿਰ ਪੰਜਾਬ ਦੇ ਲੋਕਾਂ ਨੂੰ ਇੱਥੇ ਜਿਹੜੀਆਂ ਉਹ ਸਹੂਲਤਾਂ ਮਿਲਣਗੀਆਂ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਮਿਲਦੀਆਂ ਨੇ। ਨਾਲ ਉਹਨਾਂ ਨੇ ਇਹ ਕਿਹਾ, ਮਤਲਬ ਆਪਣੀ ਪਾਰਟੀ ਦੀ ਕੇਂਦਰੀ ਸਰਕਾਰ ਦੇ ਉਹਦੇ ਹੱਕ ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਿ ਪ੍ਰਧਾਨ ਮੰਤਰੀ ਜੀ ਜਿਹੜੇ ਨੇ ਉਹ ਦੇਸ਼ ਦੇ ਵਾਸਤੇ ਕੰਮ ਕਰ ਰਹੇ ਨੇ, ਇਸ ਤਰ੍ਹਾਂ ਕੰਮ ਕਰ ਰਹੇ ਨੇ, ਲੋਕਾਂ ਦੇ ਭਲੇ ਲਈ ਕੰਮ ਕਰ ਰਹੇ ਨੇ, ਚੰਗੇ ਵਾਸਤੇ ਕਦਮ ਚੁੱਕੇ ਜਾ ਰਹੇ ਨੇ। ਔਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਪੰਜਾਬ ਦੀ ਸ਼ਾਖਾ ਜਿਹੜੀ ਹੈ ਉਹ ਵੀ ਪਿਛਲੇ ਕਾਫੀ ਦਿਨਾਂ ਤੋਂ, ਖਾਸ ਕਰਕੇ ਅਸੈਂਬਲੀ ਇਲੈਕਸ਼ਨਾਂ ਤੋਂ ਬਾਅਦ ਤੋਂ
ਬਹੁਤ ਜ਼ਿਆਦਾ ਐਕਟਿਵ ਹੈ। ਔਰ ਸੰਗਰੂਰ ਦੀਆਂ ਚੋਣਾਂ ਦੇ ਵਿੱਚ ਵੀ ਆਪਾਂ ਦੇਖਿਆ ਕਿ ਅਕਾਲੀ ਦਲ ਨਾਲੋਂ ਵੱਧ ਵੋਟ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਨੂੰ ਮਿਲੇ ਨੇ। ਅਕਾਲੀ ਦਲ ਦੇ, ਕਾਂਗਰਸ ਦੇ ਬਹੁਤ ਸਾਰੇ ਲੀਡਰ ਜਿਹੜੇ ਉਹ ਟੁੱਟ ਕੇ ਕੁਛ ਭਾਜਪਾ ਦੇ ਵਿੱਚ ਚਲੇ ਗਏ, ਕਈਆਂ ਨੂੰ ਤੋੜ ਕੇ ਲੈ ਜਾਂਦਾ ਗਿਆ, ਉਹਨਾਂ ਨੂੰ ਆਪਣੇ ਨਾਲ ਜੋੜਿਆ ਗਿਆ ਤਾਂ ਕਿ ਆਪਣਾ ਜ਼ਮੀਨੀ ਪੱਧਰ ਦੇ ਉੱਤੇ ਜਿਹੜਾ ਲੋਕਪ੍ਰਿਯਤਾ ਹੈ ਉਹ ਵਧਾਈ ਜਾ ਸਕੇ, ਆਪਣਾ ਵੋਟ ਬੈਂਕ ਵਧਾਇਆ ਜਾ ਸਕੇ, ਆਪਣਾ ਆਧਾਰ ਜਿਹੜਾ ਉਸ ਨੂੰ ਵਿਸਤਾਰਕ ਰੂਪ ਦਿੱਤਾ ਜਾ ਸਕੇ। ਭਾਰਤੀ ਜਨਤਾ ਪਾਰਟੀ ਵੀ ਇਸ ਕੋਸ਼ਿਸ਼ ਵਿੱਚ ਹੈ। ਸੋ ਹੁਣ ਅੱਗੇ ਉਹ ਕਿਹੜੇ ਮੌਕੇ ਦੀ ਤਲਾਸ਼ ਵਿੱਚ ਨੇ ਕਿ ਜਿਸ ਮੌਕੇ ਦੇ ਉੱਤੇ ਆ ਕੇ ਪ੍ਰਧਾਨ ਮੰਤਰੀ ਇਸ ਦਾ ਉਦਘਾਟਨ ਕਰਦੇ ਨੇ। ਇਹਦੇ ਵਾਸਤੇ ਸ਼ਾਇਦ ਉਮੀਦ ਹੈ ਕਿ ਕੋਈ ਖਾਸ ਮੌਕਾ ਜਿਹੜਾ ਹੈ ਉਹ ਚੁਣਿਆ ਜਾਵੇਗਾ। ਅੱਗੇ ਨਗਰ ਨਿਗਮਾਂ ਦੀਆਂ ਚੋਣਾਂ ਹੋਣੀਆਂ ਨੇ, ਉਹ ਮੌਕਾ ਵੀ ਹੋ ਸਕਦਾ ਹੈ। ਉਸ ਤੋਂ ਅੱਗੇ ਫਿਰ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ, ਉਹ ਮੌਕਾ ਵੀ ਹੋ ਸਕਦਾ ਹੈ। ਸੋ ਇਹੋ ਜਿਹੇ ਕਿਸੇ ਮੌਕੇ ਦੇ ਉੱਤੇ ਉਮੀਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਪੰਜਾਬ ਆ ਕੇ ਇਹ ਸੈਂਟਰ ਦਾ ਉਦਘਾਟਨ ਕਰਨਗੇ। ਹਾਂਜੀ। ਤੇ ਸੰਧੂ ਸਾਹਿਬ, ਹੁਣ ਸੰਗਰੂਰ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ, ਉਸ ਤੋਂ ਬਾਅਦ ਮੰਨਿਆ ਜਾਂਦਾ ਵੀ ਸਰਕਾਰ ਡੀਜੀਪੀ ਵੀਕੇ ਭਵਰਾ ਦੇ ਨਾਲ ਨਾਰਾਜ਼ ਹੈ ਤੇ ਭਵਰਾ ਸਾਹਿਬ ਹੁਣ ਸੈਂਟਰਲ ਡੈਪੂਟੇਸ਼ਨ ਵੱਲ ਦੇਖ ਰਹੇ ਨੇ, ਕਿਤੇ ਸੈਂਟਰ ਦੇ ਵਿੱਚ ਕਿਤੇ ਨੌਕਰੀ ਹੋਣਗੇ, ਉਹਨਾਂ ਦੀ ਬਦਲੀ ਹੋਏਗੀ। ਸੈਂਟਰ ਦੇ ਵਿੱਚ ਡੈਪੂਟੇਸ਼ਨ ਦੇ ਉੱਤੇ ਉਹ ਜਾ ਸਕਦੇ ਨੇ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਉਹਨਾਂ ਨੇ ਇਸ ਤਰ੍ਹਾਂ ਦਾ ਕੁਝ ਇਸ਼ਾਰਾ ਦਿੱਤਾ ਹੈ। ਹਜੇ ਕਿ ਖੁੱਲ੍ਹ ਕੇ ਤਾਂ ਇਹ ਗੱਲ ਨਹੀਂ ਕਹੀ ਗਈ ਕਿ ਇਸ ਗੱਲ ਲਈ ਜ਼ਿੰਮੇਵਾਰ ਆ। ਆਮ ਤੌਰ 'ਤੇ ਜਦੋਂ ਕਿਸੇ ਵੀ ਚੋਣ ਦੇ ਵਿੱਚ, ਕਿਸੇ ਵੀ ਇਮਤਿਹਾਨ ਦੇ ਵਿੱਚ ਪਾਰਟੀਆਂ ਫੇਲ ਹੁੰਦੀਆਂ ਨੇ ਤਾਂ ਫਿਰ ਉਹਦੀ ਹਾਰ ਦਾ ਠੀਕਰਾ ਕਿਸੇ ਨਾ ਕਿਸੇ ਦੇ ਸਿਰ ਭੰਨਿਆ ਜਾਂਦਾ ਹੈ। ਉਹਦੀ ਜ਼ਿੰਮੇਵਾਰੀ ਤੈਅ ਕੀਤੀ ਜਾਂਦੀ ਹੈ ਕਿ ਪਾਰਟੀ ਦਾ ਪ੍ਰਧਾਨ ਇਹਦੇ ਵਾਸਤੇ ਜ਼ਿੰਮੇਵਾਰ ਹੈ, ਕਿ ਮੁੱਖ ਮੰਤਰੀ ਇਹਦੇ ਵਾਸਤੇ ਜ਼ਿੰਮੇਵਾਰ ਹੈ, ਕਿ ਕੇਂਦਰੀ ਲੀਡਰਸ਼ਿਪ ਜ਼ਿੰਮੇਵਾਰ ਹੈ, ਕਿ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ। ਇਹ ਅਕਸਰ ਜਦੋਂ ਕਿ ਚੋਣਾਂ ਦੇ ਵਿੱਚ ਕਿਸੇ ਵੀ ਪਾਰਟੀ ਦੀ ਹਾਰ ਹੁੰਦੀ ਹੈ ਉਸ ਤੋਂ ਬਾਅਦ ਅਜਿਹਾ ਕੀਤਾ ਜਾਂਦਾ ਹੈ। ਹੁਣ ਇਹ ਸੰਗਰੂਰ ਦੇ ਵਿੱਚ ਜਿਹੜੀ ਲੋਕ ਸਭਾ ਦੀ ਉਪ ਚੋਣ ਵਿੱਚ ਹਾਰ ਹੋਈ ਹੈ ਆਮ ਆਦਮੀ ਪਾਰਟੀ ਦੀ, ਉਹ ਉਸ ਵੇਲੇ ਤੋਂ ਹੀ ਇਸ ਤਰ੍ਹਾਂ ਦੀ ਕੋਈ ਕੁਸਰ ਮੁਸਰ ਜਿਹੜੀ ਆ ਉਹ ਛੇੜ ਦਿੱਤੀ ਗਈ ਹੈ ਕਿ ਹੁਣ ਇਹ ਜਿਹੜਾ ਠੀਕਰਾ ਹੈ ਇਹ ਕਿਹਦੇ ਸਿਰ ਭੰਨਿਆ ਜਾਵੇ ਜਾਂ ਇਹਦੀ ਜ਼ਿੰਮੇਵਾਰੀ ਕਿਸ ਦੇ ਸਿਰ ਤੈਅ ਕੀਤੀ ਜਾਵੇ। ਤਾਂ ਅੰਦਰ ਖਾਤੇ ਇਹ ਗੱਲ ਜਿਹੜੀ ਉਹ ਚਲਾਈ ਗਈ ਹੈ ਔਰ ਉਹ ਅੰਦਰ ਦੀਆਂ ਖਬਰਾਂ ਬਾਹਰ ਵੀ ਆ ਗਈਆਂ ਨੇ ਕਿ ਕਿਉਂਕਿ ਡੀਜੀਪੀ ਹੁੰਦਿਆਂ ਹੋਇਆਂ ਜਿਹੜਾ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਕੀਤਾ ਸੀ ਉਹਦੇ ਉੱਤੇ ਦਸਤਖਤ ਡੀਜੀਪੀ ਦੇ ਹੁੰਦੇ ਨੇ ਜੀ। ਉਹਦੇ ਵਿੱਚ ਹੀ ਜਿਹੜੇ ਬਾਕੀ ਹੋਰ VVIP ਲੋਕਾਂ ਦੀ ਸੁਰੱਖਿਆ ਵਾਪਸ ਲਈ ਗਈ, ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵੀ ਵਾਪਸ ਲਈ ਗਈ। ਉਹਦੇ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ। ਉਹਦੇ ਤੋਂ ਬਾਅਦ ਚੋਣਾਂ ਆ ਗਈਆਂ। ਚੋਣਾਂ ਜਿਹੜੀਆਂ ਸੀ ਉਹਦੇ ਵਿੱਚ ਪਾਰਟੀ ਦੀ ਹਾਰ ਹੋ ਗਈ ਔਰ ਉਹਦੇ 'ਚ ਵੱਡਾ ਫੈਕਟਰ ਜਿਹੜਾ ਸੀ ਉਹ ਸਿੱਧੂ ਮੂਸੇਵਾਲਾ ਦਾ ਕਤਲ ਕਾਂਡ ਰਿਹਾ। ਤਾਂ ਇਸ ਕਰਕੇ ਮੰਨਿਆ ਜਾ ਰਿਹਾ ਕਿ ਉਹਨਾਂ ਨੇ ਕਿਸ ਆਧਾਰ ਦੇ ਉੱਤੇ ਇਹ ਫੈਸਲਾ ਕੀਤਾ, ਕਿਸ ਆਧਾਰ ਦੇ ਉੱਤੇ ਉਹਨਾਂ ਨੇ ਸੁਰੱਖਿਆ ਘਟਾਈ। ਹਜੇ ਕਿ ਆਪਾਂ ਇਹ ਸਮਝ ਵੀ ਸਕਦੇ ਹਾਂ, ਮੰਨ ਵੀ ਸਕਦੇ ਹਾਂ ਕਿ ਐਡਾ ਵੱਡਾ ਫੈਸਲਾ ਜਿਹੜਾ ਹੈ ਇਕੱਲਾ DGP ਆਪਣੇ ਪੱਧਰ ਉੱਤੇ ਨਹੀਂ ਲੈ ਸਕਦਾ। ਉਸ ਨੂੰ ਸੰਬੰਧਿਤ ਸਰਕਾਰ ਨੂੰ, ਮੁੱਖ ਮੰਤਰੀ ਨੂੰ, ਗ੍ਰਹਿ ਮੰਤਰੀ ਨੂੰ ਭਰੋਸੇ ਵਿੱਚ ਲੈਣਾ ਪੈਂਦਾ। ਉਹਨਾਂ ਦੇ ਭਰੋਸੇ ਵਿੱਚ ਲੈਣ ਤੋਂ ਬਾਅਦ ਹੀ ਉਹ ਇਹ ਜਿਹਾ ਕਦਮ ਜਿਹੜਾ ਉਹ ਚੁੱਕ ਸਕਦੇ ਨੇ। ਪਰ ਫਿਰ ਵੀ ਹੁਣ ਜਿਹੜਾ ਪਾਣੀ ਦਾ ਵਹਾਅ ਉਹ ਇਸ ਪਾਸੇ ਨੂੰ ਛੱਡਿਆ ਜਾ ਰਿਹਾ ਹੈ। ਅਤੇ ਇਸ ਦੌਰਾਨ ਇਹ ਖਬਰਾਂ ਵੀ ਆ ਗਈਆਂ ਨੇ ਕਿ ਸ਼ਾਇਦ ਹੁਣ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਉਹ ਲੰਬੀ ਛੁੱਟੀ 'ਤੇ ਚਲੇ ਜਾਣਗੇ VK ਭਵਰਾ, ਅਤੇ ਉਹਦੇ ਤੋਂ ਬਾਅਦ ਉਹ ਡੈਪੂਟੇਸ਼ਨ ਉੱਤੇ ਜਾਣ ਵਾਸਤੇ ਵੀ ਆਪਣੀ ਰਜਾਮੰਦੀ ਦੇ ਚੁੱਕੇ ਨੇ, ਤਿਆਰੀ ਕਰ ਚੁੱਕੇ ਨੇ। ਡੈਪੂਟੇਸ਼ਨ ਉੱਤੇ ਸੈਂਟਰ ਵਿੱਚ ਵੀ ਜਾ ਸਕਦੇ ਨੇ। ਅਤੇ ਦੂਜੇ ਪਾਸੇ ਨਵਾਂ DGP ਪੰਜਾਬ ਦਾ ਲੱਭਣ ਵਾਸਤੇ ਜਿਹੜੀ ਆ ਐਕਸਰਸਾਈਜ਼ ਉਹ ਵੀ ਸ਼ੁਰੂ ਹੋ ਗਈ ਆ। ਉਹਦੇ ਸੰਬੰਧ ਵਿੱਚ ਕੁਝ ਨਾਂ ਆ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਕੋਈ ਇੱਕ ਤੈਅ ਕੀਤਾ ਜਾਏਗਾ, ਕੋਈ ਇੱਕ ਫਾਈਨਲ ਕੀਤਾ ਜਾਏਗਾ। ਇੱਕ ਦੋ ਨਾਂ ਜਿਹੜੇ ਬੜੀ ਪ੍ਰਮੁੱਖਤਾ ਨਾਲ ਸਾਹਮਣੇ ਆਏ ਨੇ। ਇੱਕ ਗੌਰਵ ਯਾਦਵ ਜਿਹੜੇ ਨੇ ਬੜੇ ਸੀਨੀਅਰ IPS ਅਫਸਰ ਨੇ, ਉਹਨਾਂ ਬਾਰੇ ਅੰਦਾਜ਼ਾ ਲਾਇਆ ਜਾ ਰਿਹਾ ਕਿ ਸ਼ਾਇਦ ਉਹ ਨਵੇਂ DGP ਪੰਜਾਬ ਦੇ ਬਣ ਸਕਦੇ ਨੇ। ਦੂਜੇ ਪਾਸੇ ਹਰਪ੍ਰੀਤ ਸਿੰਘ ਸਿੱਧੂ ਜਿਨ੍ਹਾਂ ਦੇ ਕੋਲ ਜਿਹੜੇ STF ਦੇ ਚੀਫ ਨੇ, ਸਪੈਸ਼ਲ ਟਾਸਕ ਫੋਰਸ ਦੇ ਚੀਫ ਨੇ, ਔਰ ਜਿਨ੍ਹਾਂ ਦੇ ਕੋਲ ਜੇਲ੍ਹਾਂ ਦਾ ਵੀ ਵਾਧੂ ਚਾਰਜ ਸ਼ਾਇਦ ਉਹਨਾਂ ਨੂੰ ਦਿੱਤਾ ਹੋਇਆ। ਪਿਛਲੇ ਦਿਨੀ ਬੜਾ ਇਸ ਮਾਮਲੇ ਦੇ ਵਿੱਚ ਰੌਲਾ ਰੱਪਾ ਪਿਆ ਸੀਗਾ। ਅਕਾਲੀ ਦਲ ਵਾਲਿਆਂ ਨੇ ਕਿਹਾ ਸੀਗਾ, ਹਰਸਿਮਰਤ ਕੌਰ ਬਾਦਲ ਨੇ ਵੀ ਕਿਹਾ ਸੀਗਾ, ਔਰ ਜਿਹੜੇ ਬਿਕਰਮ ਮਜੀਠੀਆ ਨੇ ਉਹਨਾਂ ਦੀ ਪਤਨੀ ਨੇ ਵੀ ਕਿਹਾ ਸੀ ਕਿ ਮੇਰੇ ਪਤੀ ਨੂੰ ਖਤਰਾ ਹੈ, ਹਰਪ੍ਰੀਤ ਸਿੱਧੂ ਨੂੰ ਇਸ ਵਿਭਾਗ ਤੋਂ, ਮਹਿਕਮੇ ਤੋਂ ਹਟਾਇਆ ਜਾਵੇ, ਜੇਲ੍ਹਾਂ ਵਾਲੇ ਤੋਂ। ਇੱਕ ਉਹ ਵੀ ਉਹਨਾਂ ਦਾ ਨਾਂ ਜਿਹੜਾ ਉਹ ਵੀ ਚਰਚਾ ਦੇ ਵਿੱਚ ਹੈ ਕਿ ਉਹਨਾਂ ਨੂੰ ਵੀ DGP ਬਣਾਇਆ ਜਾ ਸਕਦਾ ਹੈ। ਅਜੇ ਸਰਕਾਰ ਨੇ ਇਹਦੇ ਬਾਰੇ ਫੈਸਲਾ ਕਰਨਾ ਹੈ। ਅਜੇ ਅੰਦਰ ਖਾਤੇ ਦੀਆਂ ਗੱਲਾਂ ਨੇ, ਜਦੋਂ ਬਾਹਰ ਆਉਣਗੀਆਂ ਤਾਂ ਪਤਾ ਲੱਗ ਜਾਏਗਾ। ਅਤੇ ਗੱਲ ਇਹ ਵੀ ਕਰਨ ਵਾਲੀ ਹੈ ਕਿ VK ਭਵਰਾ ਜਿਹੜੇ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ DGP ਨਹੀਂ ਬਣਾਇਆ ਸੀ। ਉਹ ਪਹਿਲੀ ਸਰਕਾਰ ਨੇ, ਕਾਂਗਰਸ ਦੀ ਸਰਕਾਰ ਨੇ ਹੀ ਉਹਨਾਂ ਨੂੰ ਬਣਾਇਆ ਸੀ। ਉਸ ਤੋਂ ਬਾਅਦ ਸਰਕਾਰ ਬਦਲ ਗਈ ਅਤੇ ਉਹ ਐਜ਼ DGP ਕੰਮ ਕਰਦੇ ਰਹੇ। ਇਹ ਵੀ ਕਿਹਾ ਜਾਂਦਾ ਕਿ ਕਿਸੇ ਸਿਆਸੀ ਪਾਰਟੀ ਦੇ ਨਾਲ ਉਹਨਾਂ ਦੀ ਕੋਈ ਕਮਿਟਮੈਂਟ ਨਹੀਂ ਹੈ, ਕਿਸੇ ਵਿਸ਼ੇਸ਼ ਵਰਗ, ਵਿਸ਼ੇਸ਼
ਜਾਤੀ ਵਿਸ਼ੇਸ਼ ਧੜੇ ਨਾਲ ਵੀ ਉਹਨਾਂ ਦੀ ਕੋਈ ਕਮਿਟਮੈਂਟ ਨਹੀਂ। ਉਹ ਬੜੇ ਨਿਰਪੱਖ ਤੇ ਨਿਊਟਰਲ ਜਿਹੇ ਅਫਸਰ ਦੱਸੇ ਜਾਂਦੇ ਨੇ। ਪਰ ਇਸ ਸਭ ਦੇ ਬਾਵਜੂਦ ਹੁਣ ਉਹਨਾਂ ਦੀ ਛੁੱਟੀ ਹੋਣੀ ਜਿਹੜੀ ਆ ਇੱਥੋਂ ਉਹ ਪੰਜਾਬ ਤੋਂ ਤੈਅ ਆ ਤੇ ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਨਵਾਂ DGP ਮਿਲ ਜਾਏਗਾ। ਜੀ ਸੰਧੂ ਸਾਹਿਬ, ਜੇ ਹੁਣ ਮਹਾਰਾਸ਼ਟਰ ਦੀ ਗੱਲ ਕਰੀਏ, ਉੱਥੇ ਤਖਤਾ ਪਲਟ ਹੋ ਗਿਆ। ਸੋ BJP ਦੇ ਸਮਰਥਨ ਨਾਲ ਏਕਨਾਥ ਸ਼ਿੰਦੇ ਹੁਣ ਉੱਥੇ ਮੁੱਖ ਮੰਤਰੀ ਬਣਨਗੇ। BJP ਵੱਲੋਂ ਕਾਫੀ ਦਿਨਾਂ ਤੋਂ ਇਸ ਤਰ੍ਹਾਂ ਦੀ ਜਿਹੜੀ ਆ ਸਿਆਸੀ ਖੇਡ ਚਲਾਈ ਜਾ ਰਹੀ ਸੀ ਔਰ ਉਹਦਾ ਮੋਹਰਾ ਜਿਹੜਾ ਉਹ ਬਾਅਦ ਬਣਾਇਆ ਗਿਆ ਏਕਨਾਥ ਸ਼ਿੰਦੇ ਨੂੰ। ਏਕਨਾਥ ਸ਼ਿੰਦੇ ਦੀ ਕੁਛ ਨਾਰਾਜ਼ਗੀ ਚੱਲ ਰਹੀ ਸੀ ਉद्धਵ ਠਾਕਰੇ ਦੇ ਨਾਲ ਔਰ ਉਹ ਹਰ ਕਿਸੇ ਦੇ ਵਿੱਚ ਇੱਛਾ ਹੁੰਦੀ ਹੈ, ਭਾਵਨਾ ਵੀ ਹੁੰਦੀ ਹੈ। ਏਕਨਾਥ ਸ਼ਿੰਦੇ ਜਿਹੜਾ ਇਹ ਬਹੁਤ ਜ਼ਮੀਨੀ ਪੱਧਰ ਤੋਂ ਉੱਠ ਕੇ ਅੱਗੇ ਆਇਆ। ਕੋਈ ਸਮਾਂ ਇਹੋ ਜਿਹਾ ਸੀ ਜਦੋਂ ਰੋਜ਼ੀ ਰੋਟੀ ਕਮਾਉਣ ਵਾਸਤੇ ਇਸ ਨੂੰ ਆਟੋ ਰਿਕਸ਼ਾ ਵੀ ਚਲਾਉਣਾ ਪੈਂਦਾ ਸੀ ਔਰ ਉੱਥੋਂ ਉੱਠ ਕੇ ਉਹ ਅੱਗੇ ਆਇਆ ਤਾਂ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਕੋਈ ਇੱਛਾਵਾਂ, ਕੋਈ ਭਾਵਨਾਵਾਂ ਵੀ ਹੋਣਗੀਆਂ ਕਿ ਮੁੱਖ ਮੰਤਰੀ ਦੀ ਕੁਰਸੀ ਉੱਤੇ ਉਹ ਬੈਠੇ। ਦੂਜੇ ਪਾਸੇ ਜਿਹੜਾ ਉੱਥੇ ਭਾਜਪਾ ਦਾ ਗਰੁੱਪ ਹੈ ਉਹ ਕੇਂਦਰ ਦੀ ਹਮਾਇਤ ਦੇ ਨਾਲ ਦੇਵੇਂਦਰ ਫਡਨਵੀਸ ਜਿਹੜੇ ਉਹ ਇਸ ਗੱਲ ਲਈ ਯਤਨਸ਼ੀਲ ਸੀ ਕਿ ਇੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਣੀ ਚਾਹੀਦੀ ਹੈ। ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ ਉੱਤੇ ਸਰਕਾਰ ਨਹੀਂ ਬਣਾ ਸਕਦੀ ਸੀ ਕਿਉਂਕਿ ਉਹਨਾਂ ਦੇ ਕੋਲ ਵਿਧਾਇਕਾਂ ਦੀ ਗਿਣਤੀ ਇੰਨੀ ਨਹੀਂ ਸੀ। ਇਸ ਕਰਕੇ ਇੱਕ ਧੜਾ ਜਿਹੜਾ ਹੈ ਸ਼ਿਵ ਸੈਨਾ ਦਾ ਉਹ ਤੋੜਿਆ ਗਿਆ ਜਿਸ ਦੀ ਅਗਵਾਈ ਏਕਨਾਥ ਸ਼ਿੰਦੇ ਕਰ ਰਹੇ ਨੇ। ਇਹ 10-11 ਦਿਨ ਜਿਹੜਾ ਕਾਫੀ ਸਿਆਸੀ ਡਰਾਮਾ ਚੱਲਦਾ ਰਿਹਾ। ਸੁਪਰੀਮ ਕੋਰਟ ਦੇ ਵਿੱਚ ਵੀ ਮਾਮਲਾ ਗਿਆ ਪਰ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਇਹਦੇ ਵਿੱਚ ਜਿਹੜੀ ਹੈ ਸ਼ਕਤੀ ਪੀਖਣ ਉਹ ਹੋਣਾ ਚਾਹੀਦਾ ਹੈ ਹਾਊਸ ਦੇ ਵਿੱਚ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰਾਜਪਾਲ ਨੇ ਵੀ ਕਿਹਾ ਕਿ ਹਾਂ ਠੀਕ ਹੈ। ਪਰ ਜਦੋਂ ਰਾਜਪਾਲ ਨੇ ਇਹ ਗੱਲ ਕਹਿ ਦਿੱਤੀ ਕਿ 30 ਜੂਨ ਨੂੰ ਸ਼ਕਤੀ ਪਰੀਖਣ ਹੋਵੇਗਾ, ਉਸ ਤੋਂ ਪਹਿਲਾਂ ਹੀ ਉद्धਵ ਠਾਕਰੇ ਨੇ ਆਪਣਾ ਅਸਤੀਫਾ ਦੇ ਦਿੱਤਾ ਤੇ ਫਿਰ ਉਸ ਤੋਂ ਬਾਅਦ ਇਹ ਗੱਲ ਜਿਹੜੀ ਕਲੀਅਰ ਹੋ ਗਈ। ਦੇਵੇਂਦਰ ਫਡਨਵੀਸ ਹਾਲਾਂਕਿ ਖੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ, ਜਿਹੜੇ ਭਾਜਪਾ ਦੇ ਉੱਥੇ ਦੇ ਗਰੁੱਪ ਦੇ ਆਗੂ ਨੇ, ਪਰ ਉਹਨਾਂ ਨੇ ਅਖੀਰਲੇ ਦਮ ਦੇ ਉੱਤੇ ਇਹ ਪਾਸਾ ਪਲਟਿਆ ਕਿਉਂਕਿ ਸ਼ਿਵ ਸੈਨਾ ਦੇ ਨਾਲ ਬਾਗੀ ਧੜੇ ਦੇ ਨਾਲ ਵੀ ਇਹਨਾਂ ਨਾਲੋਂ ਜ਼ਿਆਦਾ ਵਿਧਾਇਕ ਸੀ। ਉਸਨੇ ਇਹ ਕਿਹਾ ਕਿ ਨਹੀਂ, ਜਿਹੜੇ ਏਕਨਾਥ ਸ਼ਿੰਦੇ ਨੇ ਉਹ ਮੁੱਖ ਮੰਤਰੀ ਹੋਣਗੇ, ਅਸੀਂ ਹਮਾਇਤ ਦੇਵਾਂਗੇ ਸਰਕਾਰ ਨੂੰ ਪਰ ਸਰਕਾਰ ਦੇ ਵਿੱਚ ਮੈਂ ਸ਼ਾਮਲ ਨਹੀਂ ਹੋਵਾਂਗਾ। ਇਸ ਤੋਂ ਬਾਅਦ ਫਿਰ ਕੇਂਦਰੀ ਲੀਡਰਸ਼ਿਪ ਦੀ ਭੂਮਿਕਾ ਜਿਹੜੀ ਸੀ ਉਹ ਖੁੱਲ੍ਹ ਕੇ ਸਾਹਮਣੇ ਆ ਗਈ। ਜਿਹੜੀ ਪਹਿਲਾਂ ਅੰਦਰ ਖਾਤੇ ਚੱਲ ਰਹੀ ਸੀ ਉਹ ਫਿਰ ਸਾਹਮਣੇ ਆ ਗਈ ਤੇ ਕੇਂਦਰੀ ਲੀਡਰਸ਼ਿਪ ਵੱਲੋਂ ਉਸ ਦੇ ਉੱਤੇ ਦਬਾਅ ਪਾਇਆ ਗਿਆ ਦੇਵੇਂਦਰ ਫਡਨਵੀਸ ਦੇ ਉੱਤੇ ਕਿ ਨਹੀਂ ਤੂੰ ਇਹਦੇ ਵਿੱਚ ਸਰਕਾਰ ਦੇ ਵਿੱਚ ਸ਼ਾਮਲ ਹੋ ਜਾ। ਫਿਰ ਉਹ ਡਿਪਟੀ CM ਉਪ ਮੁੱਖ ਮੰਤਰੀ ਬਣਨਾ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਮਨਜ਼ੂਰ ਕਰ ਲਈ। ਹੁਣ ਭਾਰਤੀ ਜਨਤਾ ਪਾਰਟੀ ਜਿਹੜੀ ਹੈ, ਜਿਵੇਂ ਆਪਾਂ ਗੱਲ ਆਮ ਹੀ ਕਰਦੇ ਹੁੰਦੇ ਹਾਂ ਕਿ ਕਹੀਂ ਪੇ ਨਿਗਾਹੇਂ ਕਹੀਂ ਪੇ ਨਿਸ਼ਾਨਾ, ਗੱਲ ਕੋਈ ਕਰਨੀ ਹੁੰਦੀ ਹੈ ਤੇ ਇਸ਼ਾਰਾ ਉਹਦਾ ਕਿਸੇ ਹੋਰ ਪਾਸੇ ਹੁੰਦਾ ਹੈ। ਗੱਲ ਸਿਰਫ ਇੰਨੀ ਹੀ ਨਹੀਂ ਹੈ ਇੱਥੇ ਕਿ ਉद्धਵ ਠਾਕਰੇ ਦੀ ਸਰਕਾਰ ਤੋੜਨੀ ਸੀ। ਗੱਲ ਇਹ ਵੀ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦਿਲੋਂ ਮਨੋਂ ਏਕਨਾਥ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਸੀ। ਭਾਰਤੀ ਜਨਤਾ ਪਾਰਟੀ ਇਹ ਚਾਹੁੰਦੀ ਹੈ ਕਿ ਸਾਡਾ ਮੁੱਖ ਮੰਤਰੀ ਹੋਵੇ ਤੇ ਸਾਡੀ ਉੱਥੇ ਸਰਕਾਰ ਹੋਵੇ, ਪਰ ਉਹ ਅਜੇ ਪੋਸੀਬਲ ਨਹੀਂ ਹੈ। ਇਸ ਕਰਕੇ ਥੋੜਾ ਸਬਰ ਕੀਤਾ ਜਾ ਸਕਦਾ ਹੈ, ਇੰਤਜ਼ਾਰ ਕੀਤਾ ਜਾ ਸਕਦਾ ਹੈ ਉਦੋਂ ਤੱਕ ਲਈ ਜਦੋਂ ਤੱਕ ਭਾਜਪਾ ਨੂੰ ਆਪਣੇ ਬਲਬੂਤੇ ਦੇ ਉੱਤੇ ਉੱਥੇ ਲੋੜੀਂਦੇ ਵਿਧਾਇਕ ਜਾਂ ਉਹਨਾਂ ਦੀ ਗਿਣਤੀ ਜਿਹੜੀ ਉਹ ਪ੍ਰਾਪਤ ਨਹੀਂ ਹੋ ਜਾਂਦੀ। ਉਹਦੇ ਵਾਸਤੇ ਕੀ ਕਰਨਾ ਪੈਣਾ ਸੀ? ਉਹਦੇ ਵਾਸਤੇ ਇਹ ਆ ਕਿ ਸ਼ਿਵ ਸੈਨਾ ਨੂੰ ਵੱਧ ਤੋਂ ਵੱਧ ਕਮਜ਼ੋਰ ਕੀਤਾ ਜਾਵੇ। ਹੁਣ ਸ਼ਿਵ ਸੈਨਾ ਦੇ ਵਿੱਚ ਬਗਾਵਤ ਕਰਵਾ ਦਿੱਤੀ ਗਈ। ਉद्धਵ ਠਾਕਰੇ ਦੀ ਜਿਹੜੀ ਸ਼ਿਵ ਸੈਨਾ ਹੈ ਉਹਦਾ ਭੋਗ ਪਾਉਣ ਦੀ ਤਿਆਰੀ ਕਰ ਲਈ ਗਈ। ਅਜੇ ਕਿ ਉद्धਵ ਠਾਕਰੇ ਜਿਹੜਾ ਉਹਨਾਂ ਦੀ ਪਾਰਟੀ ਨੇ ਇਹ ਗੱਲ ਕੀਤੀ ਆ ਉਹਨਾਂ ਦੇ ਗਰੁੱਪ ਨੇ ਕਿ ਅਸੀਂ ਇੱਕ ਸਕਾਰਾਤਮਕ ਭੂਮਿਕਾ ਜਿਹੜੀ ਆ ਵਿਰੋਧੀ ਧਿਰ ਦੀ ਉਹ ਨਿਭਾਵਾਂਗੇ, ਅਸੀਂ ਇਹਨਾਂ ਦੇ ਕਿਸੇ ਕੰਮ ਦੇ ਵਿੱਚ ਰੁਕਾਵਟ ਕੋਈ ਅੜਿੱਕਾ ਜਿਹੜਾ ਹੈ ਉਹ ਪੈਦਾ ਨਹੀਂ ਕਰਾਂਗੇ। ਪਰ ਇਸ ਦੌਰਾਨ ਜਿਹੜਾ ਉद्धਵ ਠਾਕਰੇ ਧੜੇ ਦੇ ਸੰਜੇ ਰਾਊਤ ਨੇ ਉਹਨਾਂ ਨੇ ਕਿਹਾ ਹੈ ਕਿ ਬਾਗੀਆਂ ਨੇ ਸ਼ਿਵ ਸੈਨਾ ਨਾਲੋਂ ਨਾਤਾ ਤੋੜ ਲਿਆ ਹੈ, ਪਰ ਕੱਲ੍ਹ ਨੂੰ ਜਾ ਕੇ ਕਿਸੇ ਦਿਨ ਨੂੰ ਜਾ ਕੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਅਫਸੋਸ ਹੋਵੇਗਾ ਕਿ ਆਖਰਕਾਰ ਉਹਨਾਂ ਨੇ ਸ਼ਿਵ ਸੈਨਾ ਦੇ ਨਾਲੋਂ ਨਾਤਾ ਕਿਉਂ ਤੋੜਿਆ, ਜਦੋਂ ਉਹਨਾਂ ਨੂੰ ਇਹ ਪਤਾ ਚੱਲੇਗਾ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਰਣਨੀਤੀ ਹੈ ਉਹ ਕੀ ਹੈ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇਹਦੇ ਪਿੱਛੇ ਉਸ ਦਾ ਮਕਸਦ ਤੇ ਮਨੋਰਥ ਕੀ ਹੈ। ਸਿਰਫ ਇਹ ਨਹੀਂ ਹੈ ਕਿ ਮਹਾਰਾਸ਼ਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣਾ ਦਬਦਬਾ ਬੋਲਬਾਲਾ ਵਧਾਉਣਾ ਚਾਹੁੰਦੀ ਹੈ, ਸਗੋਂ ਇਹ ਵੀ ਹੈ ਕਿ ਉਹ ਸ਼ਿਵ ਸੈਨਾ ਨੂੰ ਪੂਰੀ ਤਰ੍ਹਾਂ ਨੁਕਰੇ ਲਾਉਣਾ ਚਾਹੁੰਦੀ ਹੈ। ਔਰ ਸਵਾਲ ਸਿਰਫ ਇਕੱਲੀ ਸ਼ਿਵ ਸੈਨਾ ਦਾ ਵੀ ਨਹੀਂ ਹੈ, ਦੇਸ਼ ਭਰ ਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਖਿਲਾਫ ਇਸੇ ਤਰ੍ਹਾਂ ਦੀ ਜਿਹੜੀ ਨੀਤੀ ਅਪਣਾਈ ਜਾਂਦੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਉਹਨਾਂ ਨੂੰ ਖੋਰਾ ਲਾਇਆ ਜਾਵੇ। ਸਭ ਤੋਂ ਵੱਡੀ ਕਾਂਗਰਸ ਪਾਰਟੀ ਸੀ ਜਿਹਨੂੰ ਵੱਡੀ ਹੱਦ ਤੱਕ ਖੋਰਾ ਲੱਗ ਚੁੱਕਾ ਹੈ ਔਰ ਇਸ ਵੇਲੇ ਉਹ ਡਾਵਾਡੋਲ ਸਥਿਤੀ ਦੇ ਵਿੱਚ ਚੱਲ ਰਹੀ ਹੈ। ਹੁਣ ਮਗਰ ਜਿਹੜੀਆਂ ਖੇਤਰੀ ਪਾਰਟੀਆਂ ਰਹਿ ਗਈਆਂ ਨੇ
ਮਮਤਾ ਬੈਨਰਜੀ ਦੀ ਜਿਹੜੀ ਹੈ ਤ੍ਰਿਣਮੂਲ ਕਾਂਗਰਸ, ਉਸ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਉਹਦੇ ਵਿੱਚੋਂ ਵੀ ਬਗਾਵਤ ਕਰਵਾ ਕੇ ਕੁਝ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਕਰਵਾਇਆ ਗਿਆ। ਉੱਥੇ ਉਹਨਾਂ ਨੂੰ ਚੋਣ ਵੀ ਲੜਾਈ ਗਈ, ਪਰ ਉੱਥੇ ਭਾਰਤੀ ਜਨਤਾ ਪਾਰਟੀ ਦੀ ਗੱਲ ਨਹੀਂ ਬਣ ਸਕੀ। ਤੇ ਕੋਈ ਗੱਲ ਨਹੀਂ, ਅਗਲੀ ਵਾਰੀ ਫੇਰ ਸਹੀ। ਪਰ ਉਹ ਇਸ ਪਟੜੀ ਦੇ ਉੱਤੇ ਹੀ ਚੱਲ ਰਹੀ ਹੈ ਕਿ ਵਿਰੋਧੀ ਪਾਰਟੀ ਜਿਹੜੀ ਆ ਉਹ ਕੋਈ ਹੋਵੇ ਹੀ ਨਾ, ਜਾਂ ਤਾਂ ਭਾਰਤੀ ਜਨਤਾ ਪਾਰਟੀ ਦੀਆਂ ਸਹਿਯੋਗੀ ਪਾਰਟੀਆਂ ਹੋਣ ਜਾਂ ਫਿਰ ਭਾਰਤੀ ਜਨਤਾ ਪਾਰਟੀ ਹੀ ਹੋਵੇ। ਸੋ ਇਸੇ ਤਰ੍ਹਾਂ ਦੀ ਜਿਹੜੀ ਹੈ ਇਹ ਐਕਸਰਸਾਈਜ਼ ਮਹਾਰਾਸ਼ਟਰ ਦੇ ਵਿੱਚ ਕੀਤੀ ਗਈ ਹੈ, ਜਿੱਥੇ ਹੁਣ ਏਕਨਾਥ ਸ਼ਿੰਦੇ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਦੇਵੇਂਦਰ ਫੜਨਵੀਸ ਨੇ ਡਿਪਟੀ ਮੁੱਖ ਮੰਤਰੀ ਬਣਨਾ ਕਬੂਲ ਕਰ ਲਿਆ ਹੈ। 2 ਅਤੇ 3 ਜੁਲਾਈ ਨੂੰ ਵਿਸ਼ੇਸ਼ ਇਜਲਾਸ ਵੀ ਬੁਲਾ ਲਿਆ ਗਿਆ ਹੈ ਅਤੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਸਭ ਨੂੰ ਨਾਲ ਲੈ ਕੇ ਚੱਲਾਂਗੇ ਔਰ ਜਿਹੜੀ ਤਰਜੀਹ ਹੈ ਸਾਡੀ ਹੋਵੇਗੀ ਉਹ ਵਿਕਾਸ ਨੂੰ ਅੱਗੇ ਲੈ ਕੇ ਜਾਣਾ, ਦੇ ਸੂਬੇ ਨੂੰ ਅੱਗੇ ਲੈ ਕੇ ਜਾਣਾ ਹੋਵੇਗਾ। ਉਹ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਇਹੋ ਹੀ ਗੱਲ ਕਰਦੀਆਂ ਹੁੰਦੀਆਂ ਨੇ। ਕੋਈ ਵੀ ਸਰਕਾਰ ਇਹ ਨਹੀਂ ਕਹਿੰਦੀ ਕਿ ਅਸੀਂ ਸੂਬੇ ਦੇ ਵਿਕਾਸ ਨੂੰ ਤਰਜੀਹ ਨਹੀਂ ਦੇਵਾਂਗੇ। ਉਹ ਕਹਿੰਦੇ ਨੇ ਵਿਕਾਸ ਕਰਾਂਗੇ। ਬਾਅਦ 'ਚ ਕਿੱਦਾਂ ਦਾ ਵਿਕਾਸ ਹੁੰਦਾ ਹੈ ਕਿ ਵਿਨਾਸ਼ ਹੁੰਦਾ ਹੈ, ਇਹ ਬਾਅਦ ਦੀ ਗੱਲ ਹੁੰਦੀ ਹੈ। ਪਰ ਮੌਕੇ 'ਤੇ ਇਹੀ ਗੱਲ ਕਹੀ ਜਾਂਦੀ ਹੈ ਅਤੇ ਇਹੀ ਗੱਲ ਜਿਹੜੀ ਹੈ ਇਹ ਏਕਨਾਥ ਸ਼ਿੰਦੇ ਨੇ ਕਹੀ ਹੈ। ਔਰ ਹੁਣ ਉਹਨਾਂ ਨੇ ਜਿਹੜੀ ਸੱਤਾ ਸੰਭਾਲੀ ਹੈ, ਹੁਣ ਆਪਾਂ ਅਗਲੇ ਦਿਨਾਂ ਵਿੱਚ ਦੇਖਣਾ ਇਹ ਆ ਕਿ ਹੁਣ ਇਹਦੇ ਤੋਂ ਅਗਲੀ ਖੇਡ ਜਿਹੜੀ ਆ ਉਹ ਕੀ ਹੁੰਦੀ ਹੈ। ਇਹ ਖੇਡ ਇੱਥੇ ਨਹੀਂ ਰੁਕੇਗੀ, ਇਸ ਤੋਂ ਅੱਗੇ ਵੀ ਇਸ ਖੇਡ ਦੇ ਵਿੱਚ ਪਾਸਾ ਪਲਟਣ ਦੀਆਂ ਬਹੁਤ ਵੱਡੀਆਂ ਸੰਭਾਵਨਾਵਾਂ ਜਾਪਦੀਆਂ ਨੇ ਜੀ। ਹਾਂਜੀ, ਤੇ ਸੰਧੂ ਸਾਹਿਬ ਜੇ ਆਪਾਂ ਬਹੁਤ ਹੀ ਕੁਇਕਲੀ 1-1.5 ਮਿੰਟ ਵਿੱਚ ਇਹ ਵੀ ਗੱਲ ਕਰੀਏ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੁਲਾਕਾਤ ਕੀਤੀ ਹੈ ਉਦੈਪੁਰ ਵਿੱਚ, ਜਿਹੜਾ ਦਰਜੀ ਮਾਰਿਆ ਗਿਆ ਉਹਦੇ ਪਰਿਵਾਰ ਦੇ ਨਾਲ। ਸੋ ਉਹਨਾਂ ਨੇ ਕਿਹਾ ਵੀ ਜਿਹੜੇ ਕਾਤਲ ਨੇ ਉਹਨਾਂ ਨੂੰ 1 ਮਹੀਨੇ ਦੇ ਅੰਦਰ ਅੰਦਰ ਸਜ਼ਾ ਦਿੱਤੀ ਜਾਏਗੀ। ਅਸ਼ੋਕ ਗਹਿਲੋਤ ਨੇ ਆਪਣੇ ਦਿਲ ਦੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਨੇ ਔਰ ਉਹਨਾਂ ਨੇ ਇਸ ਚੀਜ਼ ਦਾ ਹਵਾਲਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਕੋਲ ਵੀ ਕੀਤਾ ਹੈ, ਜਿਹੜੀ ਸਾਰੇ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਨੈਸ਼ਨਲ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਹੈ ਉਸ ਨੂੰ ਮੈਂ ਅਪੀਲ ਕਰਦਾ ਹਾਂ ਕਿ ਇਹਦਾ ਛੇਤੀ ਤੋਂ ਛੇਤੀ ਫੈਸਲਾ ਕੀਤਾ ਜਾਵੇ। 1 ਮਹੀਨੇ ਦੇ ਵਿੱਚ ਇਹਦੇ ਬਾਰੇ ਜੋ ਵੀ ਫੈਸਲਾ ਕਰਨਾ ਹੈ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ, ਕਿਉਂਕਿ ਸੂਬੇ ਦੇ ਵਿੱਚ ਭਾਵਨਾਵਾਂ ਬਹੁਤ ਭੜਕੀਆਂ ਨੇ, ਲੋਕ ਬਹੁਤ ਭੜਕੇ ਹੋਏ ਨੇ। ਕੱਲ੍ਹ ਨੂੰ ਕੋਈ ਵੱਡੀ ਵਾਰਦਾਤ ਜਿਹੜੀ ਹੋ ਸਕਦੀ ਹੈ, ਕੋਈ ਸਾੜ ਫੂਕ ਦੀ ਘਟਨਾ ਹੋ ਸਕਦੀ ਹੈ। ਹਜੇ ਕਿ ਇਸ ਡਰ ਕਾਰਨ 144 ਧਾਰਾ ਲਾਈ ਗਈ ਹੈ, ਇੰਟਰਨੈਟ ਸੇਵਾਵਾਂ ਵੀ ਬੰਦ ਕੀਤੀਆਂ ਗਈਆਂ ਨੇ। ਉਹਦੇ ਨਾਲ ਸੂਬੇ ਦਾ ਨੁਕਸਾਨ ਵੀ ਹੋ ਰਿਹਾ ਹੈ, ਸੂਬੇ ਤੋਂ ਬਾਹਰਲੇ ਜਿਹੜੇ ਸੂਬੇ ਨੇ ਉਹਨਾਂ ਦਾ ਨੁਕਸਾਨ ਵੀ ਹੋ ਰਿਹਾ, ਕਿਉਂਕਿ ਆਪਸ ਵਿੱਚ ਰਾਬਤਾ ਟੁੱਟ ਜਾਂਦਾ ਜਦੋਂ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਠੱਪ ਹੋ ਜਾਂਦੀਆਂ ਨੇ। ਬਾਹਰਲੇ ਸੂਬਿਆਂ ਦੀ ਜਿਹੜੀ ਟਰਾਂਸਪੋਰਟ ਹੈ ਉਹਨੂੰ ਉੱਥੇ ਆਉਣ ਦੇ ਉੱਤੇ ਵੀ ਕੁਝ ਸੀਮਤ ਕਰ ਦਿੱਤਾ ਗਿਆ। ਗੁਜਰਾਤ ਦੀਆਂ ਰੋਡਵੇਜ਼ ਦੀਆਂ ਬੱਸਾਂ ਤਾਂ ਬੰਦ ਹੀ ਕਰ ਦਿੱਤੀਆਂ ਗਈਆਂ ਨੇ, ਉਹ ਉੱਥੇ ਨਹੀਂ ਆ ਸਕਦੀਆਂ। ਲੋਕ ਬਹੁਤ ਭੜਕੇ ਹੋਏ ਨੇ, ਜਲੂਸ ਕੱਢੇ ਜਾ ਰਹੇ ਨੇ, ਅਜੇ ਵੀ ਉੱਥੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸ ਗੱਲ ਨੂੰ ਲੈ ਕੇ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਜੀ। ਔਰ ਉਹ ਮਾਮਲਾ ਸਾਰਾ NIA ਦੇ ਕੋਲ ਹੈ। NIA ਨੇ ਇਹ ਕਿਹਾ ਕਿ ਇਹਨਾਂ ਦੀ ਸਾਜ਼ਿਸ਼ ਬਹੁਤ ਵੱਡੀ ਸੀ, ਇਹ ਦੇਸ਼ ਦੇ ਵਿੱਚ ਸਾਰੇ ਦੇ ਵਿੱਚ ਗੜਬੜ ਪੈਦਾ ਕਰਨੀ ਚਾਹੁੰਦੇ ਸੀ। ਇਹ 2 ਵਿਅਕਤੀ ਜਿਹੜੇ ਫੜੇ ਗਏ ਨੇ ਇਹਨਾਂ ਦੇ ਲਿੰਕ ISIS ਦੇ ਨਾਲ ਵੀ ਨੇ, ਪਾਕਿਸਤਾਨ ਦੇ ਨਾਲ ਵੀ ਨੇ। ਇਸ ਕਰਕੇ ਹੀ NIA ਇਹਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਜਿਹੜਾ ਪਰਿਵਾਰ ਹੈ ਉਹਦੇ ਵਿੱਚ ਵੀ ਬੜੀ ਗੁੱਸੇ ਦੀ ਭਾਵਨਾ ਸੀ ਕਿ ਜੇ ਸਾਡਾ, ਕਿਉਂਕਿ ਅਸਲ ਵਿੱਚ ਜਦੋਂ ਪਰਿਵਾਰ ਦਾ ਕੋਈ ਰੋਜ਼ੀ ਰੋਟੀ ਕਮਾਉਣ ਵਾਲਾ ਜੀਵ ਚਲਾ ਜਾਂਦਾ ਹੈ ਤੇ ਪਿੱਛੇ ਪਰਿਵਾਰ ਦੇ ਸਾਹਮਣੇ 2 ਸਵਾਲ ਹੁੰਦੇ ਨੇ। ਇੱਕ ਤਾਂ ਉਹ ਜੀਵ ਉਹਨਾਂ ਤੋਂ ਹਮੇਸ਼ਾ ਲਈ ਖੁੱਸ ਜਾਂਦਾ ਹੈ, ਦੂਜਾ ਇਹ ਹੁੰਦਾ ਕਿ ਹੁਣ ਉਹਨਾਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕੌਣ ਕਰੇਗਾ। ਤੋ ਇਸ ਚੀਜ਼ ਨੂੰ ਅਸ਼ੋਕ ਗਹਿਲੋਤ ਜਿਹੜੇ ਮੁੱਖ ਮੰਤਰੀ ਉਹਨਾਂ ਨੇ ਧਿਆਨ 'ਚ ਰੱਖਿਆ। ਪਹਿਲਾਂ 31 ਲੱਖ ਰੁਪਇਆ ਦੇਣ ਦਾ ਐਲਾਨ ਕੀਤਾ ਸੀ, ਹੁਣ 51 ਲੱਖ ਰੁਪਏ ਦਾ ਚੈੱਕ ਕੱਲ੍ਹ ਉਹਨਾਂ ਨੂੰ ਦਿੱਤਾ ਗਿਆ। ਉਹਨਾਂ ਦੇ ਪਰਿਵਾਰ ਨੂੰ 2 ਬੱਚੇ ਨੇ ਉਹਨਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਗਿਆ। ਇਸ ਦੌਰਾਨ ਵਾਸੂ ਜੀ ਇੱਕ ਗੱਲ ਹੋਰ ਵੀ ਹੋਈ ਹੈ ਕਿ ਦੇਸ਼ ਵਿਦੇਸ਼ ਦੀਆਂ ਕੁਝ ਸਮਾਜ ਸੇਵੀ ਸੰਸਥਾਵਾਂ, ਕੁਝ ਦਾਨੀ ਸੰਸਥਾਵਾਂ, ਕੁਝ ਦਾਨੀ ਜਿਹੜੇ ਲੋਕ ਨੇ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਪਹਿਲ ਕਦਮੀ ਕਰਕੇ ਉਸ ਪਰਿਵਾਰ ਲਈ 1 ਕਰੋੜ ਰੁਪਇਆ ਇਕੱਠਾ ਕੀਤਾ ਹੈ। ਥੋੜ੍ਹੇ ਜਿਹੇ ਸਮੇਂ 'ਚ ਆਉਣ ਵਾਲੇ ਦਿਨਾਂ 'ਚ ਹੋਰ ਵੀ ਹੋ ਸਕਦਾ ਹੈ। ਤਾਂ ਕਿਤੇ ਨਾ ਕਿਤੇ ਇਹ ਗੱਲ ਸਾਹਮਣੇ ਆ ਸਕਦੀ ਹੈ ਕਿ ਠੀਕ ਆ, ਹੁਣ ਉਹਨਾਂ ਨੂੰ ਕੁਛ ਰੋਜ਼ੀ ਰੋਟੀ ਵੱਲੋਂ ਜਿਹੜਾ ਤੌਖਲਾ ਹੈ ਜ਼ਰੂਰ ਉਹਨਾਂ ਦਾ ਘੱਟ ਜਾਏਗਾ, ਪਰ ਆਪਣੇ ਪਰਿਵਾਰਕ ਮੈਂਬਰ ਦੇ ਖੁੱਸ ਜਾਣ ਦੀ ਚਿੰਤਾ ਜਿਹੜੀ ਆ ਉਹ ਸਦਾ ਵਾਸਤੇ ਹਮੇਸ਼ਾ ਸਤਾਉਂਦੀ ਰਹੇਗੀ। ਹੁਣ NIA ਜਿਹੜੀ ਆ ਉਹ ਕਿੰਨੇ ਦਿਨਾਂ 'ਚ ਫੈਸਲਾ ਕਰਦੀ ਹੈ ਇਹ ਦੇਖਣਾ ਪਏਗਾ, ਕਿਉਂਕਿ ਮਾਮਲਾ ਕਾਨੂੰਨ ਅਨੁਸਾਰ ਨਜਿੱਠਿਆ ਜਾਣਾ ਹੈ। ਔਰ ਇੱਕ ਮੰਤਰੀ ਰਾਜਸਥਾਨ ਦੇ ਤਾਂ ਇਹ ਕਿਹਾ ਸੀ ਕਿ ਇਹਨਾਂ ਨੂੰ 4 ਦਿਨਾਂ ਦੇ ਵਿੱਚ ਫਾਂਸੀ ਦਿੱਤੀ ਜਾਵੇ, ਪਰ ਇਹ ਸੰਭਵ ਨਹੀਂ ਹੈ, ਨਾ 4 ਦਿਨਾਂ ਦੇ ਵਿੱਚ ਤੇ ਨਾ 1 ਮਹੀਨੇ ਦੇ ਵਿੱਚ। ਕਾਨੂੰਨ ਅਨੁਸਾਰ ਸਾਰਾ ਮਾਮਲਾ ਚੱਲਣਾ ਹੈ। ਹਾਲਾਂਕਿ ਉੱਥੇ ਦੇ ਵਕੀਲਾਂ ਨੇ ਵੀ ਇਹ ਨਾ ਕਰ ਦਿੱਤੀ ਹੈ ਕਿ ਅਸੀਂ ਉਹਨਾਂ ਦੋਨਾਂ ਜਿਹੜੇ ਦੋਸ਼ੀ ਨੇ, ਅਪਰਾਧੀ ਨੇ, ਉਹਨਾਂ ਦਾ ਕੇਸ ਨਹੀਂ ਲੜਾਂਗੇ, ਪਰ ਫਿਰ ਵੀ ਸਾਰੀ ਕਾਰਵਾਈ ਜਿਹੜੀ ਹੈ ਉਹ ਕਾਨੂੰਨ ਅਨੁਸਾਰ ਹੋਣੀ ਹੈ। ਪਹਿਲਾਂ ਜਾਂਚ ਮੁਕੰਮਲ ਹੋਏਗੀ, ਫਿਰ ਮੁਕੱਦਮਾ ਅਦਾਲਤ ਵਿੱਚ ਜਾਏਗਾ, ਫਿਰ ਅਦਾਲਤ ਵਿੱਚ ਸੁਣਵਾਈ ਹੋਏਗੀ, ਉਸ ਤੋਂ ਬਾਅਦ ਅਦਾਲਤ ਜਿਹੜੀ ਹੈ ਉਹ ਸਜ਼ਾਵਾਂ ਦੇਵੇਗੀ ਤੇ ਸ਼ਾਇਦ ਇਹਨੂੰ 1 ਮਹੀਨਾ ਨਹੀਂ 1 ਮਹੀਨੇ ਤੋਂ
ਵੱਧ ਦਾ ਸਮਾਂ ਲੱਗ ਸਕਦਾ ਹੈ। ਇਹ ਭਾਵਨਾਵਾਂ ਜ਼ਰੂਰ ਨੇ ਅਸ਼ੋਕ ਗਹਿਲੋਤ ਹੋਰਾਂ ਦੀਆਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਸੂਬੇ ਵਿੱਚ ਮਾਹੌਲ ਸ਼ਾਂਤ ਹੋ ਸਕੇ। ਸੰਧੂ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਧੰਨਵਾਦ ਜੀ। ਹੁਣ ਸੋਮਵਾਰ ਨੂੰ ਗੱਲਬਾਤ ਹੋਏਗੀ। ਠੀਕ ਹੈ ਜੀ।